लुट करानी बंद करो, बंद करो, बंद करो। मुर्दाबाद, मुर्दाबाद, मुर्दाबाद। सरकारी हुने दी खरीद के पाउण वालियां सरकारां मुर्दाबाद, मुर्दाबाद, मुर्दाबाद। ਜਦੋਂ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਜਿਹੜੀ ਆ ਫਸਲ ਆ 11 ਤਰੀਕ ਨੂੰ ਵਿਕੂਗੀ, 11 ਤਰੀਕ ਨੂੰ ਖਰੀਦ ਆਊਗੀ। ਹਾਂਜੀ, ਉਸ ਟਾਈਮ ਦੇ ਉੱਤੇ ਇਹਨਾਂ ਨੇ ਉਸੇ ਵੇਲੇ ਹੀ ਆ ਰੇਟ ਕਰ 1400 ਰੁਪਇਆ ਰੇਟ ਲਾਉਂਦੇ ਸੀ। ਮੈਂ ਕਿਹਾ ਨਹੀਂ ਵੇਚਣੀ। ਔਰ ਸ਼ਾਮਾਂ ਨੂੰ 6 ਵਜੇ ਦੇ ਲਗਭਗ ਜਿਹੜਾ ਆ ਫਿਰ ਦਲਾਲ ਉਹ ਵੀ ਉੱਥੇ ਨਹੀਂ ਆਏ। ਆੜਤੀਆਂ ਨੇ ਫੋਨ ਦੇ ਉੱਤੇ ਦਲਾਲ ਨਾਲ ਗੱਲ ਕੀਤੀ ਆ ਔਰ ਦਲਾਲ ਨਾਲ ਫੋਨ ਦੇ ਉੱਤੇ ਗੱਲ ਕਰਕੇ ਵੀ ਭਾਜੀ ਉਹ ਨਹੀਂ ਗਾ ਮੰਨਦਾ। ਉਹ ਕਹਿੰਦਾ ਕਿ ਮੈਂ 1450 ਤੋਂ ਵੱਧ ਨਹੀਂ ਦੇਣਾ। ਮੈਂ ਕਿਹਾ ਯਾਰ ਮੈਂ ਲੱਦ ਕੇ ਲੈ ਜਾਣੀ। ਕਿਸਾਨ ਮਜ਼ਦੂਰ ਨੂੰ ਮਾਰਨ ਡਏ ਆ। ਜਦੋਂ ਇੰਨੇ ਟਰੱਕ ਲਿਆ ਕੇ ਸਾਡੇ ਕਿਸਾਨ ਆਗੂਆਂ ਨੇ ਦੱਸਿਆ ਵੀ ਵੇਚਦੇ ਰਹੇ ਆ। ਕਿਸਾਨ ਅਨਾਜ ਪੈਦਾ ਕਰੇ ਤਾਂ ਇਹ ਸਰਮਾਏਦਾਰਾਂ ਦੇ ਨਾਲ ਰਲ ਕੇ ਉਹ ਅਨਾਜ ਜਿਹੜਾ ਆ ਉਹ 800 ਰੁਪਏ ਨੂੰ ਖਰੀਦ ਕੇ ਤੇ ਬਾਅਦ 'ਚ ਜਿਹੜਾ 1900 2000 ਰੁਪਏ ਨੂੰ ਵੇਚਣ, ਹੈ ਨਾ। ਤਾਂ ਫਿਰ ਵੇਖੋ ਕਿੱਡਾ ਇਹ ਤੇ ਸਮਝੋ ਕਿਸਾਨ ਨੂੰ ਜਿਹੜਾ ਘਾਟਾ ਤੇ ਹੈਗਾ ਹੀ ਹੈਗਾ ਆ। ਪਰ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈਗੀ। ਸਾਨੂੰ ਆਸ ਗੁਰੂ ਰਾਮਦਾਸ ਤੋਂ। ਗੁਰੂ ਰਾਮਦਾਸ ਨੇ ਗੁਰੂ ਨਾਨਕ ਪਾਤਸ਼ਾਹ ਨੇ ਧਰਨਾ ਲਵਾਇਆ ਦਿੱਲੀ ਦੇ ਵਿੱਚ ਔਰ ਉਹ ਲੱਗਾ ਹੀ ਰਹਿਣਾ ਆ ਜਿੰਨਾ ਚਿਰ ਤੱਕ ਸਾਡੇ ਕਾਲੇ ਕਾਨੂੰਨ ਰੱਦ ਨਹੀਂ। ਗੁਰਖ ਧੰਦੇ ਕਰਦੇ ਰਹੇ ਆ। ਗੁਰਖ ਧੰਦੇ ਇਹਨਾਂ ਨੂੰ ਬੰਦ ਕਰਨ ਵਾਸਤੇ ਅਸੀਂ ਵੇਖੋ ਬੜੀ ਆਸ ਸੀ ਸਾਨੂੰ ਵੀ 1 ਅਕਤੂਬਰ ਨੂੰ ਸਾਡੀ ਖਰੀਦ ਸ਼ੁਰੂ ਹੋ ਜੂ। 1 ਅਕਤੂਬਰ ਨੂੰ ਵੇਖੋ ਹੁਣ ਮੈਂ ਆ ਫਸਲ ਵੇਚ ਕੇ ਆ ਸਾਡਾ ਕਿਸਾਨ ਆ 1500 ਰੁਪਇਆ 1500 ਨੂੰ ਵੇਚੀ ਅਸੀਂ 1495 1500 ਵੀ ਹਾਂ 1500 ਵੀ ਨਹੀਂ ਤੇ ਵੇਖੋ 500 ਰੁਪਇਆ ਹੇਠਾਂ ਵੇਚੀ ਅਸੀਂ ਤੇ ਸਾਡੇ ਲਾਗਤ ਖਰਚਾ 2000 ਰੁਪਇਆ ਸਾਡਾ ਲਾਗਤ ਖਰਚਾ ਆ ਰਿਹਾ। ਅੱਜ ਕੀ ਖਾਸ ਮੰਗਾਂ ਲੈ ਕੇ ਜਿਹੜੀ ਉਹ ਕਿਸਾਨ ਪਹੁੰਚੇ ਹੋਏ ਨੇ, ਜਿਹੜਾ ਘਿਰਾਵ ਜਿਹੜਾ ਆ ਕਰਨਾ ਪਿਆ ਹੈਗਾ ਆ ਕਾਂਗਰਸੀ ਆਗੂਆਂ ਦਾ, ਜੇ ਅਸੀਂ ਕਹਿ ਲਈਏ ਕਿ ਭਾਜਪਾ ਦਾ ਵੀ ਜਿਹੜਾ ਘਿਰਾਵ ਕਰਨ ਦੀ ਕਾਲ ਸੀ। ਦੇਖੋ ਜਿਹੜੀ ਇਹ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਸੀ ਉਹ ਇਸ ਵਾਰ 10 ਦਿਨ ਜਿਹੜਾ ਲੇਟ ਕਰ ਰਹੇ ਆ। ਇਹ ਸਾਨੂੰ 10 ਦਿਨ ਲੇਟ ਮਨਜ਼ੂਰ ਨਹੀਂ ਹੈਗੀ ਕਿਉਂਕਿ 10 ਦਿਨਾਂ ਦੇ ਵਿੱਚ ਤਾਂ ਇਹਨਾਂ ਨੇ 90% ਝੋਨਾ ਹੀ ਖਰੀਦ ਕੇ ਸਾਰਾ ਸਟੋਰ ਕਰ ਲੈਣਾ। ਹੁਣ ਵੀ ਇਹ ਚਾਹੁੰਦੇ ਵੀ ਜਿੰਨਾ ਚਿਰ ਤੱਕ ਸਰਕਾਰੀ ਖਰੀਦ ਬਚੀ ਵੀ ਆ ਉਹ ਵੀ ਕਿਸਾਨਾਂ ਨੂੰ ਉਹਦਾ ਲਾਭ ਨਾ ਮਿਲ ਸਕੇ। ਉਹ 25-30% ਜਿਹੜਾ ਵਾ ਉਹ ਲੁੱਟ ਕਿਸਾਨਾਂ ਦੀ ਕਰਕੇ ਇਹ ਬਾਅਦ ਵਿੱਚ ਜਿਹੜਾ ਸਾਰਾ 25-30% ਪੈਸਾ ਵਾ ਇਹ ਸਾਰਾ ਇਹਨਾਂ ਦੀਆਂ ਲੀਡਰਾਂ ਦੀਆਂ ਜੇਬਾਂ 'ਚ ਹੀ ਜਾਣਾ ਵਾ। ਇਸ ਕਰਕੇ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਔਰ ਜਦੋਂ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਇਹਨਾਂ ਦੇ ਘਰਾਂ ਦੇ ਬਾਹਰੋਂ ਨਹੀਂ ਉੱਠਾਂਗੇ। ਜਿਹੜਾ ਕਿਸਾਨ ਆ ਉਹਨਾਂ ਦਾ ਕਿੰਨਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਨਾ ਤਾਂ ਉਹ ਆਪਣੀ ਫਸਲ ਵੱਢ ਸਕਦੇ ਨੇ ਕਿਉਂਕਿ ਉਹਨਾਂ ਕੋਲ ਸੰਭਾਲਣ ਦੇ ਲਈ ਕੋਈ ਵੀ ਗੋਦਾਮ ਜਿਹੜੇ ਆ ਉਹ ਨਹੀਂ ਹੈਗੇ। ਸੋ ਇਹਦੇ ਵਿੱਚ ਕਿਸਾਨ ਦਾ ਨੁਕਸਾਨ ਕਿੰਨਾ ਹੋਣਾ ਹੈ ਜੇ ਸਰਕਾਰ ਨਹੀਂ ਮੰਨਦੀ? ਦੇਖੋ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਕਿਸਾਨਾਂ ਦੇ ਕੋਲ ਇੱਕ ਬੋਰੀ ਵੀ ਜਿਹੜਾ ਸਟੋਰ ਕਰਨ ਦੀ ਸ਼ਮਤਾ ਨਹੀਂ ਹੁੰਦੀ, ਨਾ ਹੀ ਉਹਨਾਂ ਕੋਲ ਜਿਹੜਾ ਵਾ ਉਹ ਇੰਨਾ ਪੈਸਾ ਹੁੰਦਾ ਕਿ ਉਹ ਆਪਣਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਵਾ ਆੜਤੀਆਂ ਤੋਂ ਜਾਂ ਬੈਂਕਾਂ ਤੋਂ ਲੋਨ ਲਏ ਹੁੰਦੇ ਆ ਉਹ ਲੋਨ ਵਾਪਸ ਕਰਨੇ ਹੁੰਦੇ ਆ। ਉਹਨਾਂ ਨੂੰ ਵਿਆਜ ਜਿਹੜਾ ਵਾ ਪੈਂਦਾ ਰਹਿੰਦਾ। ਕਾਂਗਰਸ ਦਾ ਘਿਰਾਵ ਕੀਤਾ ਹੈਗਾ, ਹਾਲਾਂਕਿ ਇਹ ਕੇਂਦਰ ਸਰਕਾਰ ਵੱਲੋਂ ਐਲਾਨ ਹੋਇਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦਾ ਜਿਹੜਾ ਘਿਰਾਵ ਕਰਨ ਦੇ ਨਾਲ ਕੀ ਕੇਂਦਰ ਸਰਕਾਰ ਮੰਨ ਜਾਏਗੀ? ਦੇਖੋ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਸਰਕਾਰ ਕਾਹਦੇ ਵਾਸਤੇ ਹੈ? ਕੇਂਦਰ ਸਰਕਾਰ ਨਹੀਂ ਮੰਨਦਾ ਤੇ ਪੰਜਾਬ ਨੂੰ ਇਹ ਚਾਹੀਦਾ ਕਿ ਕੇਂਦਰ ਦੇ ਮੰਤਰੀਆਂ ਦੇ ਬੂਹਿਆਂ ਦੇ ਅੱਗੇ ਜਾ ਕੇ ਬਹਿਣ, ਉਹਨਾਂ ਦਾ ਘਿਰਾਓ ਕਰਨ, ਉੱਥੋਂ ਨਾ ਉੱਠਣ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਜਿਹੜਾ ਵਾ ਉਹ ਖਰੀਦ ਸ਼ੁਰੂ ਨਹੀਂ ਹੁੰਦੀ। ਕਿਉਂਕਿ ਇਹ ਆਪਣੇ ਘਰਾਂ 'ਚ ਏਸੀ ਚਲਾ ਕੇ ਬੈਠੇ ਰਹਿੰਦੇ ਆ। ਇਹ ਜੇ ਸਰਦੀ ਹੈ ਤੇ ਇਹ ਹੀਟਰ ਚਲਾ ਕੇ ਬੈਠੇ ਰਹਿੰਦੇ, ਗਰਮੀ ਹੈ ਤੇ ਏਸੀ ਚਲਾ ਕੇ ਬੈਠੇ ਰਹਿੰਦੇ। ਇਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਕੁਝ ਕਰਨ ਨਾਲ। ਇਹ ਸਰਕਾਰ ਕਾਹਦੇ ਵਾਸਤੇ ਆ? ਇਹ ਲੁੱਟ ਕਿਉਂ ਕਰਦੇ ਆ? ਫਿਰ ਇਹ ਸਾਰੇ ਆਪਣੇ ਅਹੁਦੇ ਛੱਡ ਦੇਣ ਤੇ ਆਮ ਲੋਕ ਆਪਣੀ ਪੰਜਾਬ ਨੂੰ ਆਪਣੇ ਆਪ ਚਲਾ ਲੈਣਗੇ। ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਜੇ ਕੁਝ ਕਰਨਾ ਹੀ ਨਹੀਂ ਇਹਨਾਂ ਨੇ ਇਹੋ ਜਿਹੀਆਂ ਬਹਾਨੇਬਾਜ਼ੀਆਂ ਮਾਰਨੀਆਂ। ਕਿਸਾਨਾਂ ਦੀ ਵਪਾਰੀਆਂ ਤੋਂ ਲੁੱਟ ਕਰਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕਿਸਾਨਾਂ ਦੇ ਵੱਲੋਂ ਬੀਤੀ ਰਾਤ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਅਸੀਂ ਸਾਰੇ ਹੀ ਕਾਂਗਰਸੀ ਵਿਧਾਇਕਾਂ ਔਰ ਇਹਦੇ ਨਾਲ ਭਾਜਪਾ ਦੇ ਜਿੰਨੇ ਵੀ ਮੰਤਰੀ ਨੇ ਜਿਹੜੇ ਪੰਜਾਬ 'ਚ ਨੇ ਉਹਨਾਂ ਦਾ ਅਸੀਂ ਘਿਰਾਓ ਕਰਾਂਗੇ। ਹਰਿਆਣਾ ਵਿੱਚ ਵੀ ਇਹੋ ਜਿਹੀ ਹੀ ਕਾਲ ਦਿੱਤੀ ਗਈ ਹੈ ਔਰ ਅੰਮ੍ਰਿਤਸਰ ਦੇ ਵਿੱਚ ਓਪੀ ਸੋਨੀ ਜੋ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਦਾ ਘਿਰਾਵ ਕੀਤਾ ਗਿਆ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਕਿਸਾਨ ਇੱਥੇ ਵੱਡੀ ਗਿਣਤੀ ਵਿੱਚ ਮੌਜੂਦ ਹੈਗੇ ਨੇ ਔਰ ਓਪੀ ਸੋਨੀ ਦੀ ਕੋਠੀ ਦੇ ਬਾਹਰ ਮੌਜੂਦ ਨੇ। ਹਾਲਾਂਕਿ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ, ਇਸ ਤੋਂ ਪਹਿਲਾਂ ਕਿਹਾ ਗਿਆ ਸੀਗਾ ਕਿ ਸਾਰੇ ਡੀਸੀ ਦਫ਼ਤਰਾਂ ਦਾ ਘਿਰਾਵ ਕਰਨਾ ਹੈ, ਪਰੰਤੂ ਛੁੱਟੀ ਹੋਣ ਦੇ ਕਾਰਨ ਇਸ ਵਿੱਚ ਬਦਲਾਵ ਕਰ ਦਿੱਤਾ ਗਿਆ। ਸੋ ਸਾਡੇ ਨਾਲ ਮੌਜੂਦ ਨੇ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਮਹਿਤਾਬ ਸਿੰਘ। ਸੋ ਇੱਥੇ ਤੁਸੀਂ ਪਹੁੰਚੇ ਹੋਏ ਹੋ ਅੱਜ ਓਪੀ ਸੋਨੀ ਦੀ ਕੋਠੀ ਦੇ ਬਾਹਰ। ਅੱਜ ਕੀ ਖਾਸ ਮੰਗਾਂ ਲੈ ਕੇ ਜਿਹੜੀ ਉਹ ਕਿਸਾਨ ਪਹੁੰਚੇ ਹੋਏ ਨੇ, ਜਿਹੜਾ ਘਿਰਾਵ ਜਿਹੜਾ ਆ ਕਰਨਾ ਪਿਆ ਹੈਗਾ ਆ ਕਾਂਗਰਸੀ ਆਗੂਆਂ ਦਾ, ਜੇ ਅਸੀਂ ਕਹਿ ਲਈਏ ਕਿ ਭਾਜਪਾ ਦਾ ਵੀ ਜਿਹੜਾ ਘਿਰਾਵ ਕਰਨ ਦੀ ਕਾਲ ਸੀ? ਦੇਖੋ ਜਿਹੜੀ ਇਹ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਸੀ ਉਹ ਇਸ ਵਾਰ 10 ਦਿਨ ਜਿਹੜਾ ਲੇਟ ਕਰ ਰਹੇ ਆ। ਇਹ ਸਾਨੂੰ 10 ਦਿਨ ਲੇਟ ਮਨਜ਼ੂਰ ਨਹੀਂ ਹੈਗੀ ਕਿਉਂਕਿ 10 ਦਿਨਾਂ ਦੇ ਵਿੱਚ ਤਾਂ ਇਹਨਾਂ ਨੇ 90% ਝੋਨਾ ਹੀ ਖਰੀਦ ਕੇ ਸਾਰਾ ਸਟੋਰ ਕਰ ਲੈਣਾ। ਉਸ ਤੋਂ ਬਾਅਦ ਇਹੀ ਜਿਹੜੇ ਇਹੋ ਜਿਹੇ ਮੰਤਰੀ ਹੈਗੇ ਔਰ ਸਾਰੇ ਕਾਂਗਰਸ ਦੇ ਔਰ ਬੀਜੇਪੀ ਦੇ ਔਰ ਅਕਾਲੀਆਂ ਦੇ ਜਿਹੜੇ
ਲੀਡਰ ਨੇ ਉਹਨਾਂ ਨੇ ਸਾਰਿਆਂ ਨੇ ਖਰੀਦ ਕੇ ਰੱਖ ਲੈਣਾ ਔਰ ਬਾਅਦ ਚ ਸਾਰਾ ਇਹੀ ਸਰਕਾਰੀ ਖਰੀਦ ਚ ਪੈਣਾ। ਇਹੀ ਇਸੇ ਚੀਜ਼ ਦਾ ਹੀ ਅਸੀਂ ਵਿਰੋਧ ਕਰ ਰਹੇ, ਕਿਉਂਕਿ ਜਿਹੜੇ 3 ਕਾਲੇ ਕਾਨੂੰਨ ਬਣੇ ਆ ਉਹ ਵੀ ਇਹਦੇ ਨਾਲ ਮਿਲਦੇ ਜੁਲਦੇ ਹੀ ਆ। ਇਹ ਸਾਰਾ ਕੁਝ ਉਹਨਾਂ ਦਾ ਹੀ ਜਿਹੜਾ ਵਾ ਉਹ ਜਾਲ ਆ। ਹੈ ਯਾਨੀ ਕਿ ਜਿਹੜਾ ਕਿਹਾ ਗਿਆ ਸੀਗਾ ਪਹਿਲਾਂ ਹੀ ਕਿ ਪ੍ਰਾਈਵੇਟ ਜਿਹੜੀ ਖਰੀਦ ਹੋਊਗੀ FCI ਨੂੰ ਖਤਮ ਕਰ ਦਿੱਤਾ ਜਾਊਗਾ, ਜਾਂ ਜਿਹੜਾ ਮੰਡੀ ਸਿਸਟਮ ਆ ਉਸ ਨੂੰ ਖਤਮ ਕਰ ਦਿੱਤਾ ਜਾਊਗਾ, ਉਹਦੇ ਹੀ ਅਧੀਨ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਵੇਖੋ ਇਹ ਹੁਣ ਵੀ ਇਹ ਚਾਹੁੰਦੇ ਵੀ ਜਿੰਨਾ ਚਿਰ ਤੱਕ ਸਰਕਾਰੀ ਖਰੀਦ ਬਚੀ ਵੀ ਆ ਉਹ ਵੀ ਕਿਸਾਨਾਂ ਨੂੰ ਉਹਦਾ ਲਾਭ ਨਾ ਮਿਲ ਸਕੇ। ਉਹ 25-30% ਜਿਹੜਾ ਵਾ ਉਹ ਲੁੱਟ ਕਿਸਾਨਾਂ ਦੀ ਕਰਕੇ ਇਹ ਬਾਅਦ ਵਿੱਚ ਜਿਹੜਾ ਸਾਰਾ 25-30% ਪੈਸਾ ਵਾ ਇਹ ਸਾਰਾ ਇਹਨਾਂ ਦੀਆਂ ਲੀਡਰਾਂ ਦੀਆਂ ਜੇਬਾਂ 'ਚ ਹੀ ਜਾਣਾ ਵਾ। ਇਸ ਕਰਕੇ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਔਰ ਜਦੋਂ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਇਹਨਾਂ ਦੇ ਘਰਾਂ ਦੇ ਬਾਹਰੋਂ ਨਹੀਂ ਉੱਠਾਂਗੇ। ਤੁਸੀਂ ਕਿਹਾ ਕਿ ਜਦੋਂ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਤੁਸੀਂ ਇੱਥੋਂ ਨਹੀਂ ਉੱਠੋਗੇ, ਪਰੰਤੂ 2 ਸਵਾਲ ਨੇ। ਇੱਕ ਤਾਂ ਇਹ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਖਰੀਦ ਮੁਕੰਮਲ ਹੋ ਜਾਂਦੀ ਹੈ? ਪਿਛਲੇ ਸਾਲ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਾਲ ਕਦੋਂ ਸ਼ੁਰੂ ਹੋਈ ਸੀ? ਪਹਿਲਾਂ ਇਸ ਦਾ ਜਵਾਬ। ਜਿਹੜੇ ਵੇਖੋ ਇਹ ਬਹੁਤ ਛੋਟਾ ਹੀ ਸੀਜ਼ਨ ਹੁੰਦਾ ਵਾ, ਕੋਈ ਬਹੁਤ ਵੱਡਾ ਨਹੀਂ ਹੁੰਦਾ। ਲਗਭਗ ਮਹੀਨੇ ਕੁ ਦੇ ਵਿੱਚ ਜਿਹੜਾ ਵਾ ਸਾਰੀ ਜਿਹੜਾ ਅਕਤੂਬਰ ਦੇ ਵਿੱਚ ਬਹੁਤ ਜ਼ਿਆਦਾ ਫਸਲ ਜਿਹੜੀ ਵਿਕ ਜਾਂਦੀ ਹੈ। ਕਿਉਂਕਿ ਜੇ ਆਪਾਂ ਪਹਿਲੇ 10-15 ਦਿਨਾਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜੀ ਆਉਂਦੀ ਹੈ ਫਸਲ, ਕਿਉਂਕਿ ਲੋਕੀ ਕੋਈ ਮਟਰ ਕੋਈ ਆਲੂ ਜਿੰਨੇ ਲਗਾਉਣੇ ਅਗੇ। ਬਿਲਕੁਲ, ਕਿਉਂਕਿ ਝੋਨਾ ਲੋਕਾਂ ਨੇ ਵੱਢ ਕੇ ਰੱਖਿਆ ਹੋਇਆ ਵਾ। ਜਿਨ੍ਹਾਂ ਨੇ ਪਹਿਲਾਂ ਸਬਜ਼ੀਆਂ ਬੀਜਣੀਆਂ ਸੀ, ਜਿਨ੍ਹਾਂ ਨੇ ਆਲੂ ਮਟਰ ਸਭ ਕੁਝ ਉਹ ਵਾਲੀਆਂ ਫਸਲਾਂ ਜਿਹੜੀਆਂ ਬੀਜਣੀਆਂ ਹੁੰਦੀਆਂ ਉਹਨਾਂ ਨੇ ਝੋਨਾ ਵੱਢ ਕੇ ਰੱਖਿਆ ਹੁੰਦਾ ਵਾ। ਉਹ ਤੇ ਜਦੋਂ ਹੀ ਸਰਕਾਰੀ ਖਰੀਦ 1 ਤਰੀਕ ਨੂੰ ਸ਼ੁਰੂ ਹੁੰਦੀ ਹੈ ਤੁਸੀਂ ਵੇਖੋਗੇ ਹਜ਼ਾਰਾਂ ਟਰਾਲੀਆਂ ਜਿਹੜੀਆਂ ਉਹ ਮੰਡੀਆਂ ਦੇ ਵਿੱਚ ਪਹੁੰਚ ਜਾਂਦੀਆਂ। ਇਹ ਪਹਿਲੇ 15 ਦਿਨ ਜਾਂ 10 ਦਿਨ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜੀ ਫਸਲ ਵਿਕ ਜਾਂਦੀ ਹੈ। ਬਹੁਤ ਘੱਟ ਜਿਹੜੀ ਫਸਲ ਬਾਕੀ 15 ਦਿਨ ਬਚਦੀ ਹੈ, ਕਿਉਂਕਿ ਇਹ 15 ਦਿਨਾਂ ਦਾ ਆਪਾਂ ਮੰਨ ਕੇ ਚੱਲਦੇ ਹਾਂ ਕਿ 15 ਦਿਨਾਂ ਦਾ ਪਹਿਲਾਂ ਦਾ ਜਿਹੜਾ ਜ਼ਿਆਦਾ ਸੀਜ਼ਨ ਹੁੰਦਾ, ਬਾਅਦ ਵਿੱਚ ਬਹੁਤ ਘੱਟ ਜਿਹੜੀ ਥੋੜੀ ਫਸਲ ਬਚਦੀ ਉਹੀ ਆਉਂਦੀ ਹੈ। ਬਾਰਿਸ਼ ਦਾ ਮੌਸਮ ਹੈਗਾ ਹੈ, ਤੁਸੀਂ ਕਿਹਾ ਵੀ ਜਿੰਨੇ ਦਿਨ ਸਾਨੂੰ ਇੱਥੇ ਡਟਣਾ ਪਊਗਾ ਤੁਸੀਂ ਡਟੋਗੇ। ਯਾਨੀ ਕਿ 11 ਤਰੀਕ ਤੋਂ ਜਿਹੜੀ ਸਰਕਾਰ ਆ ਉਸਨੇ ਖਰੀਦ ਸ਼ੁਰੂ ਕਰਨ ਦੀ ਐਲਾਨ ਕੀਤਾ ਹੋਇਆ ਹੈ। ਪਰੰਤੂ ਕੀ ਇਹਨਾਂ 10 ਦਿਨਾਂ ਦੇ ਵਿੱਚ ਜੇ ਸਰਕਾਰ ਨਹੀਂ ਮੰਨਦੀ ਤਾਂ ਸਰਕਾਰ ਜਿਹੜਾ ਕਿਸਾਨ ਉਹਨਾਂ ਦਾ ਕਿੰਨਾ ਨੁਕਸਾਨ ਹੋ ਜਾਂਦਾ ਹੈ? ਕਿਉਂਕਿ ਨਾ ਤਾਂ ਉਹ ਆਪਣੀ ਫਸਲ ਵੱਢ ਸਕਦੇ ਨੇ, ਕਿਉਂਕਿ ਉਹਨਾਂ ਕੋਲ ਸੰਭਾਲਣ ਦੇ ਲਈ ਕੋਈ ਵੀ ਗੋਦਾਮ ਜਿਹੜੇ ਉਹ ਨਹੀਂ ਹੈਗੇ। ਸੋ ਇਹਦੇ ਵਿੱਚ ਕਿਸਾਨ ਦਾ ਨੁਕਸਾਨ ਕਿੰਨਾ ਹੋਣਾ ਹੈ ਜੇ ਸਰਕਾਰ ਨਹੀਂ ਮੰਨਦੀ? ਦੇਖੋ ਬਹੁਤ ਵੱਡਾ ਨੁਕਸਾਨ ਹੁੰਦਾ, ਕਿਉਂਕਿ ਕਿਸਾਨਾਂ ਦੇ ਕੋਲ ਇੱਕ ਬੋਰੀ ਵੀ ਜਿਹੜਾ ਸਟੋਰ ਕਰਨ ਦੀ ਸ਼ਮਤਾ ਨਹੀਂ ਹੁੰਦੀ, ਨਾ ਹੀ ਉਹਨਾਂ ਕੋਲ ਜਿਹੜਾ ਵਾ ਉਹ ਇੰਨਾ ਪੈਸਾ ਹੁੰਦਾ ਕਿ ਉਹ ਆਪਣਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਵਾ ਆੜ੍ਹਤੀਆਂ ਤੋਂ ਜਾਂ ਬੈਂਕਾਂ ਤੋਂ ਲੋਨ ਲਏ ਹੁੰਦੇ ਆ, ਉਹ ਲੋਨ ਵਾਪਸ ਕਰਨੇ ਹੁੰਦੇ ਆ। ਉਹਨਾਂ ਨੂੰ ਵਿਆਜ ਜਿਹੜਾ ਵਾ ਪੈਂਦਾ ਰਹਿੰਦਾ। ਉਹ ਕੋਸ਼ਿਸ਼ ਕਰਦੇ ਕਿ ਛੇਤੀ ਤੋਂ ਛੇਤੀ ਸਾਡਾ ਪੈਸਾ ਸਾਡੇ ਕੋਲ ਜਿੰਨਾ ਕੁ ਆਉਣਾ ਵਾ ਉਹ ਆ ਕੇ ਅਸੀਂ ਆਪਣਾ ਜਿਹੜਾ ਜਿੱਥੋਂ ਵਿਆਜ ਚੱਲ ਰਿਹਾ ਉਹਦਾ ਪੈਸਾ ਭਰਿਆ ਜਾਵੇ ਔਰ ਵਿਆਜ ਬੰਦ ਹੋ ਜਾਵੇ। ਔਰ ਬਾਕੀ ਵੀ ਜਿਹੜਾ ਵਾ ਉਹਨਾਂ ਦੇ ਅਗਲੀਆਂ ਫਸਲਾਂ ਵੀ ਬੀਜਣੀਆਂ ਹੁੰਦੀਆਂ, ਅਗਲੀ ਫਸਲ ਵਾਸਤੇ ਖਾਦ ਦਵਾਈ ਸਭ ਕੁਝ ਜਿਹੜਾ ਵਾ ਬੀਜਾਂ ਦਾ ਪ੍ਰਬੰਧ ਕਰਨਾ ਹੁੰਦਾ। ਕਿਸਾਨ ਦੇ ਕੋਲ ਇੱਕ ਦਿਨ ਵੀ ਰੱਖਣ ਦੀ ਸ਼ਮਤਾ ਨਹੀਂ ਹੁੰਦੀ। ਇਸ ਕਰਕੇ ਜਿਹੜਾ ਨੁਕਸਾਨ ਬਹੁਤ ਵੱਡਾ ਹੋਣਾ ਵਾ, ਪਰ ਉਹਦੇ ਵਾਸਤੇ ਹੀ ਜਿਹੜਾ ਸੰਯੁਕਤ ਮੋਰਚੇ ਨੇ ਜਿਹੜਾ ਪ੍ਰੋਗਰਾਮ ਦਿੱਤਾ ਸੀ, ਅਜੇ ਵੇਖਾਂਗੇ ਅਸੀਂ ਆਉਣ ਵਾਲੇ ਹਰ ਰੋਜ਼ ਜਿਹੜਾ, ਜਾਂ ਇਹ ਕਹਿ ਸਕਦੇ ਕਿ ਸਵੇਰੇ ਸ਼ਾਮ ਨੂੰ ਵੀ ਵੱਖਰੇ ਪ੍ਰੋਗਰਾਮ ਜਿਹੜਾ ਵਾ ਉਹਨੂੰ ਸਖਤ ਕਰਨ ਵਾਸਤੇ ਸੰਯੁਕਤ ਮੋਰਚੇ ਦਾ ਕੋਈ ਨਾ ਕੋਈ ਪੈਗਾਮ ਆ ਸਕਦਾ, ਉਸੇ ਹਿਸਾਬ ਨਾਲ ਹੀ ਚੱਲਾਂਗੇ। ਤੁਸੀਂ ਕਾਂਗਰਸ ਦਾ ਘਿਰਾਵ ਕੀਤਾ ਹੈਗਾ, ਹਾਲਾਂਕਿ ਇਹ ਕੇਂਦਰ ਸਰਕਾਰ ਵੱਲੋਂ ਐਲਾਨ ਹੋਇਆ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦਾ ਜਿਹੜਾ ਘਿਰਾਵ ਕਰਨ ਦੇ ਨਾਲ ਕੀ ਕੇਂਦਰ ਸਰਕਾਰ ਮੰਨ ਜਾਏਗੀ? ਦੇਖੋ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਸਰਕਾਰ ਕਾਹਦੇ ਵਾਸਤੇ ਆ? ਕਿਉਂਕਿ ਜੇ ਪੰਜਾਬ ਸਰਕਾਰ ਦੀ ਜੇ ਕੇਂਦਰ ਸਰਕਾਰ ਨਹੀਂ ਮੰਨਦਾ ਤੇ ਪੰਜਾਬ ਨੂੰ ਇਹ ਚਾਹੀਦਾ ਕਿ ਕੇਂਦਰ ਦੇ ਮੰਤਰੀਆਂ ਦੇ ਬੂਹਿਆਂ ਦੇ ਅੱਗੇ ਜਾ ਕੇ ਬਹਿਣ। ਇਹ ਕੇਂਦਰ ਦੇ ਜਿਹੜਾ ਵਾ ਉਹ ਜਿਹੜਾ ਹੈਗੇ ਆ ਪ੍ਰਧਾਨ ਮੰਤਰੀ ਹੈਗੇ ਜਾਂ ਜਿਹੜੇ ਮੇਨ ਮੰਤਰੀ ਹੈਗੇ ਆ ਉਹਨਾਂ ਦਾ ਘਿਰਾਓ ਕਰਨ, ਉੱਥੋਂ ਨਾ ਉੱਠਣ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਜਿਹੜਾ ਵਾ ਉਹ ਖਰੀਦ ਸ਼ੁਰੂ ਨਹੀਂ ਹੁੰਦੀ। ਕਿਉਂਕਿ ਇਹ ਆਪਣੇ ਘਰਾਂ 'ਚ ਏਸੀ ਚਲਾ ਕੇ ਬੈਠੇ ਰਹਿੰਦੇ ਆ। ਇਹ ਜੇ ਸਰਦੀ ਹੈ ਤੇ ਇਹ ਹੀਟਰ ਚਲਾ ਕੇ ਬੈਠੇ ਰਹਿੰਦੇ, ਗਰਮੀ ਹੈ ਤੇ ਏਸੀ ਚਲਾ ਕੇ ਬੈਠੇ ਰਹਿੰਦੇ। ਇਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਕੁਝ ਕਰਨ ਨਾਲ। ਇਹ ਸਰਕਾਰ ਕਾਹਦੇ ਵਾਸਤੇ ਆ? ਇਹ ਲੁੱਟ ਕਿਉਂ ਕਰਦੇ ਆ? ਫਿਰ ਇਹ ਸਾਰੇ ਆਪਣੇ ਅਹੁਦੇ ਛੱਡ ਦੇਣ ਤੇ ਆਮ ਲੋਕ ਆਪਣੀ ਪੰਜਾਬ ਨੂੰ ਆਪਣੇ ਆਪ ਚਲਾ ਲੈਣਗੇ। ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ, ਜੇ ਕੁਝ ਕਰਨਾ ਹੀ ਨਹੀਂ ਇਹਨਾਂ ਨੇ ਇਹੋ ਜਿਹੀਆਂ ਬਹਾਨੇਬਾਜ਼ੀਆਂ ਮਾਰਨੀਆਂ। ਤੇ ਉਪ ਮੁੱਖ ਮੰਤਰੀ ਰੰਧਾਵਾ ਸਾਹਿਬ ਨੇ ਐਲਾਨ ਕੀਤਾ ਹੈਗਾ ਕਿ ਜਿਹੜੇ ਬਾਹਰ ਤੋਂ ਜਿਹੜਾ ਝੋਨਾ ਹੈਗਾ ਉਹ ਐਤਕੀ ਨਹੀਂ ਆਉਣ ਦਿੱਤਾ ਜਾਊਗਾ। ਟੋਟਲੀ 16 ਜ਼ਿਲ੍ਹੇ ਜਿਹੜੇ ਲੱਗਦੇ ਨੇ ਨਾਲ ਉਹਨਾਂ ਦੇ SSP ਨੂੰ ਖਾਸ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੇ ਕੋਈ ਗਲਤੀ ਇਹੋ ਜਿਹੀ ਹੁੰਦੀ ਹੈ ਤਾਂ ਸਾਰਾ ਦਾ ਸਾਰਾ ਉਹਨਾਂ ਦੇ ਉੱਪਰ ਆਊਗਾ ਜੇ ਕੋਈ ਝੋਨਾ ਬਾਹਰ ਤੋਂ ਲੈ ਕੇ ਆਉਂਦਾ ਹੈ। ਸੋ ਕੀ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਕਿੰਨਾ ਕੁ ਬਚਾਅ ਹੋ ਸਕਦਾ? ਵੇਖੋ ਇਹ ਵਧੀਆ ਫੈਸਲਾ, ਪਰ ਇਹ ਲਾਗੂ ਹੋਣਾ ਚਾਹੀਦਾ। ਕਿਉਂਕਿ ਬਾਰਡਰਾਂ ਦੀ ਤਾਂ ਗੱਲ ਛੱਡ ਦਿਓ ਕਿ 16 ਜ਼ਿਲ੍ਹੇ ਬਾਰਡਰ ਤੇ ਲੱਗਦੇ ਆ, ਉਹਨਾਂ ਦੇ SSPਆਂ ਨੂੰ ਕਿਹਾ ਗਿਆ ਪੂਰੇ ਬਾਰਡਰ ਨਿਕਲ ਕੇ ਅੰਮ੍ਰਿਤਸਰ ਆਪਾਂ ਬਿਲਕੁਲ ਜਿਹੜਾ ਕਿਨਾਰੇ ਤੇ ਬੈਠੇ ਆ, ਪਾਕਿਸਤਾਨ ਆਪਣੇ ਅੱਗੇ ਚਲੇ ਜਾਂਦਾ, ਸਿਰਫ ਨਾਲ ਲੱਗਦਾ, ਇੱਥੋਂ ਤੱਕ ਝੋਨਾ ਆਉਂਦਾ ਰਿਹਾ। ਇੱਥੇ ਜਿਹੜਾ ਵਾ ਇਸੇ ਮੰਤਰੀ ਦਾ ਔਰ ਇਹਦੇ ਚਹੇਤਿਆਂ ਦਾ ਝੋਨਾ ਅਸੀਂ ਇੱਥੇ ਹੀ ਫੜਦੇ ਰਹੇ ਹਾਂ। ਜੰਡਿਆਲੇ ਵਾਲੇ ਟੋਲ ਤੇ ਅਸੀਂ ਝੋਨਾ ਫੜਦੇ ਰਹੇ।
ਹਜ਼ਾਰਾਂ ਟਰੱਕ ਜਿਹੜੇ ਪਿਛਲੀ ਵਾਰੀ ਬਾਹਰੋਂ ਆਏ ਜਿਹੜੇ ਫੜੇ ਗਏ ਸੀਗੇ। ਕਿਸ ਮੰਤਰੀ ਦੀ ਗੱਲ ਕਰ ਰਹੇ ਹੋ ਤੁਸੀਂ? ਜਿਹੜਾ ਓਪੀ ਸੋਨੀ ਹੈ, ਇਹਦਾ ਵੀ ਝੋਨਾ ਪਿਛਲੇ ਟਾਈਮ 'ਚ ਅਸੀਂ ਇਹਦੀਆਂ ਗੱਡੀਆਂ ਫੜੀਆਂ ਸੀਗੀਆਂ। ਅੰਮ੍ਰਿਤਸਰ ਦੀ ਮੰਡੀ 'ਚ ਆਣ ਕੇ ਵਿਕਦਾ ਰਿਹਾ। ਇੱਥੇ ਜਿਹੜਾ ਵਾ ਆਸ-ਪਾਸ ਦੇ ਜਿਹੜਾ ਕਸਬਿਆਂ ਦੇ ਵਿੱਚ ਇਹਨਾਂ ਦਾ ਝੋਨਾ ਵਿਕਦਾ ਰਿਹਾ, ਕਿਉਂਕਿ ਜਿਹੜੇ ਮੰਤਰੀ ਆ ਉਹ ਸਭ ਤੋਂ ਵੱਡੀ ਲੁੱਟ ਇਹੀ ਕਰਦੇ ਆ ਔਰ ਹਰ ਪੱਖ ਤੋਂ ਕਰਦੇ ਆ। ਨਸ਼ੇ ਵੇਚਦੇ ਆ, ਜੋ ਲੋਕਾਂ ਦੀਆਂ ਜ਼ਮੀਨਾਂ ਲੁੱਟਦੇ ਆ। ਬੜੇ ਕੇਸ ਇਹੋ ਜਿਹੇ ਹੈਗੇ ਕਿ ਜਿਹੜੇ ਸ਼ਰੇਆਮ ਜਿੱਥੇ ਲੋਕਾਂ ਦੇ ਹੱਕ ਖਾਂਦੇ ਆ, ਪਰ ਇਹਨਾਂ ਨੂੰ ਹੁਣ ਬੰਦ ਕਰਨਾ ਪਊਗਾ। ਜੇ ਕਿਸਾਨ ਯੂਨੀਅਨਾਂ ਥੋੜਾ ਜਿਹਾ ਨਾ ਸਟਰੋਂਗ ਹੁੰਦੀਆਂ ਤਾਂ ਇਹਨਾਂ ਨੇ ਪੰਜਾਬ ਦੇ ਪੱਲੇ ਛੱਡਣਾ ਹੀ ਕੁਝ ਨਹੀਂ। ਹੁਣ ਜ਼ਰੂਰ 75 ਸਾਲਾਂ ਬਾਅਦ ਅਸੀਂ ਬਚਾਉਣ ਦੀ ਪਾਵਰ 'ਚ ਆਏ ਹਾਂ ਕਿ ਅਸੀਂ ਆਪਣੇ ਕਿਸਾਨਾਂ ਨੂੰ ਬਚਾ ਪਾ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਥੋੜਾ ਜਿਹਾ ਹੌਲੀ ਹੌਲੀ ਹੋਰ ਮਜ਼ਬੂਤ ਹੋਊਗਾ ਸਾਡਾ ਜਿਹੜਾ ਜਥੇਬੰਦੀਆਂ ਦਾ ਨੈਟਵਰਕ ਹੈਗਾ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕਰਨਾਲ ਦੇ ਵਿੱਚ ਕਾਫੀ ਜਿਹੜਾ ਆ ਪੁਲਿਸ ਦੇ ਨਾਲ ਟਕਰਾਵ ਜਿਹੜਾ ਉਹ ਨਜ਼ਰ ਆ ਰਿਹਾ, ਕਿਉਂਕਿ ਉਹ ਭਾਜਪਾ ਦੇ ਜਿਹੜੇ ਆਗੂ ਨੇ, ਜਿਹੜੇ ਵਿਧਾਇਕ ਨੇ, ਉਹਨਾਂ ਦਾ ਘਿਰਾਵ ਕਰ ਰਹੇ ਨੇ। ਸੋ ਕੀ ਲੱਗਦਾ ਹੈਗਾ ਆ ਕਿ ਇਸ ਤਰੀਕੇ ਦੇ ਨਾਲ ਜਦੋਂ ਕਿਸਾਨ ਮੋਰਚਿਆਂ ਤੇ ਬੈਠ ਚੁੱਕੇ ਨੇ ਫਿਰ ਤੋਂ ਆਪੋ ਆਪਣੇ ਏਰੀਏ ਦੇ ਵਿੱਚ, ਤੇ ਕੀ ਭਾਜਪਾ ਸਰਕਾਰ, ਕਿਉਂਕਿ ਕਰਨਾਲ ਦੇ ਵਿੱਚ ਜੇ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਭਾਜਪਾ ਹੀ ਕਾਬਜ਼ ਹੈ, ਕੀ ਉਸ ਸਰਕਾਰ ਦੇ ਉੱਪਰ ਕੋਈ ਅਸਰ ਪਊਗਾ? ਨਹੀਂ, ਦੇਖੋ ਹੁਣ ਉਹਨਾਂ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ ਸੀਗੀ, ਸਰਕਾਰ ਨੂੰ ਜਿਹੜਾ ਘੁੱਟਨੇ ਟੇਕਣੇ ਪਏ ਸੀਗੇ, ਉਹ ਮਜਬੂਰ ਕਰਤਾ ਸੀ ਆਮ ਲੋਕਾਂ ਦੀ ਜਿਹੜੀ ਆ ਉਹ ਇਕੱਠ ਨੇ। ਇਸ ਕਰਕੇ ਹੁਣ ਵਾਰ-ਵਾਰ ਬੇਵਕੂਫੀ ਨਹੀਂ ਕਰਦੀ ਸਰਕਾਰ। ਹੁਣ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸਾਨਾਂ ਨੂੰ ਦਬਾ ਨਹੀਂ ਸਕਦੇ। ਉਹਨਾਂ ਨੇ ਸਿਰਫ ਜੋ ਹੱਕ ਬਣਦੇ ਆ ਉਹਨਾਂ ਦੇ ਹੌਲੀ-ਹੌਲੀ ਉਹੀ ਦੇਣੇ ਪੈਣੇ ਆ। ਔਰ ਪਹਿਲੇ ਵੀ ਜਿਹੜੇ ਪਰਚੇ ਸੀਗੇ, ਜਿਹੜੇ ਪਹਿਲੇ ਕੇਸ ਸੀਗੇ, ਉਹ ਵੀ ਰੱਦ ਹੋ ਰਹੇ ਆ। ਉਹ ਵੀ ਅਫਸਰਾਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ। ਇਹ ਇਹਨਾਂ ਨੂੰ ਕਰਨਾ ਪੈਣਾ ਵਾ। ਹੁਣ ਜ਼ਰੂਰੀ ਨਹੀਂ ਹੈਗਾ ਕਿ ਹੁਣ ਵਾਰ-ਵਾਰ ਇਹ ਬੇਇੱਜ਼ਤੀ ਕਰਾਉਣਗੇ। ਜੇ ਥੋੜੀ ਬਹੁਤੀ ਵੀ ਅਕਲ ਇਹਨਾਂ ਨੂੰ ਹੋਊਗੀ ਤੇ ਕਿਸਾਨਾਂ ਨਾਲ ਸਿੱਧਾ ਨਹੀਂ ਟਕਰਾਉਣਗੇ। ਜਿਹੜੀ ਮੰਡੀਆਂ ਦੇ ਵਿੱਚ ਫਸਲ ਆਈ ਹੋਈ ਹੈ ਇਸ ਸਮੇਂ, ਕੁਝ ਕੁ ਝੋਨਾ ਜਿਹੜਾ ਅਸੀਂ ਅੱਜ ਦੇਖਿਆ, ਅੱਜ ਬਾਰਿਸ਼ ਬਹੁਤ ਹੋਈ ਹੈ ਤੇ ਬਹੁਤ ਸਾਰਾ ਝੋਨਾ ਜਿਹੜਾ ਉਹ ਖਰਾਬ ਵੀ ਹੋ ਰਿਹਾ ਹੈ। ਕੀ ਕਹਿਣਾ ਤੁਹਾਡਾ, ਕਿਉਂਕਿ ਸਰਕਾਰ ਦੀ ਖਰੀਦ ਲਈ ਤੁਸੀਂ ਜਿਹੜਾ ਆ ਇੱਥੇ ਖਾਸ ਤੌਰ ਦੇ ਉੱਪਰ ਘਿਰਾਵ ਕੀਤਾ ਹੈਗਾ, ਪਰੰਤੂ ਜਿਹੜੀ ਫਸਲ ਉੱਥੇ ਪਹੁੰਚ ਚੁੱਕੀ ਆ ਜਿਸ ਨੂੰ ਸ਼ਾਇਦ ਅਜੇ ਤੱਕ ਚੁੱਕਿਆ ਨਹੀਂ ਗਿਆ, ਉਹਨਾਂ ਕਿਸਾਨਾਂ ਬਾਰੇ ਤੁਹਾਡਾ ਕੀ? ਦੇਖੋ, ਬਹੁਤ ਵੱਡਾ ਨੁਕਸਾਨ ਹੋ ਰਿਹਾ। ਅਸੀਂ ਇਹੀ ਤੇ ਕਹਿ ਰਹੇ ਹਾਂ ਕਿ ਪਹਿਲੇ 10 ਦਿਨ ਜਿਹੜੇ ਆ ਉਹ ਮੀਂਹ ਦਾ ਕਰਕੇ ਜਾਂ ਹੋਰ ਵੀ ਜਿਹੜਾ ਨੁਕਸਾਨ ਹੈ, ਜਿੰਨੀ ਦੇਰ ਤੱਕ ਕਿਸਾਨਾਂ ਦੀ ਫਸਲ ਵੇਚ ਨਹੀਂ ਜਾਂਦੀ ਉਨੀ ਦੇਰ ਤੱਕ ਨੁਕਸਾਨ ਕਿਸਾਨਾਂ ਦਾ ਹੀ ਹੋਣਾ ਵਾ। ਚਾਹੇ ਉਹ ਫਸਲ ਖੇਤਾਂ ਦੇ ਵਿੱਚ, ਚਾਹੇ ਉਹ ਟਰਾਲੀਆਂ ਤੇ, ਚਾਹੇ ਉਹ ਮੰਡੀਆਂ 'ਚ, ਤੇ ਜਾਂ ਉਹ ਬੋਰੀਆਂ 'ਚ ਵੀ ਭਰੀ ਜਾਂਦੀ ਹੈ। ਜਿੰਨੀ ਦੇਰ ਤੱਕ ਉੱਥੋਂ ਚੁੱਕੀ ਨਹੀਂ ਜਾਂਦੀ ਉਨੀ ਦੇਰ ਤੱਕ ਨੁਕਸਾਨ ਕਿਸਾਨਾਂ ਦਾ ਹੀ ਹੋਣਾ। ਇਹ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹਦੇ ਕਰਕੇ ਹੀ ਅਸੀਂ ਜਿਹੜਾ ਵਾ ਉਹ ਵੱਧ ਤੋਂ ਵੱਧ ਜਿਹੜਾ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਬਿਆਨ ਆਇਆ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਹੀ ਇਹ ਬਿੱਲ ਮਨਜ਼ੂਰ ਕਰਨੇ ਸੀਗੇ, ਇਹ ਬਿੱਲ ਲੈ ਕੇ ਆਉਣੇ ਸੀਗੇ। ਹਾਲਾਂਕਿ ਅਸੀਂ ਲੈ ਆਏ ਹਾਂ ਤਾਂ ਹੁਣ ਕਾਂਗਰਸ ਦੇ ਉੱਪਰ ਤਿੱਖਾ ਉਹਨਾਂ ਨੇ ਪ੍ਰਤੀਕਰਮ ਦਿੱਤਾ ਹੈ ਕਿ ਕਾਂਗਰਸ ਸਰਕਾਰ ਸਾਡੇ ਤੇ ਐਲੀਗੇਸ਼ਨ ਲਗਾ ਰਹੀ ਹੈ, ਪਰੰਤੂ ਇਹੀ ਬਿੱਲ ਲਿਆਉਣਾ ਚਾਹੁੰਦੀ ਸੀ। ਦੇਖੋ, ਜੇ ਇਹ ਗੱਲ ਕਰਦੇ ਆ ਕਿ 3 ਕਾਨੂੰਨ ਜਿਹੜੇ ਕਾਂਗਰਸ ਨੇ ਲਿਆਉਣੇ ਸੀਗੇ ਤੇ ਸਵਾਮੀਨਾਥਨ ਦੀ ਰਿਪੋਰਟ ਵੀ ਕਾਂਗਰਸ ਲਿਆਉਣਾ ਚਾਹੁੰਦੀ ਸੀਗੀ, ਉਹ ਉਹਨਾਂ ਨੇ ਨਹੀਂ ਲਿਆਂਦੀ। ਤੁਸੀਂ ਵੀ ਪਹਿਲੀ ਵਾਰੀ ਜਦੋਂ ਇਲੈਕਸ਼ਨ ਲੜੇ ਉਦੋਂ ਸਵਾਮੀਨਾਥਨ ਦੀ ਰਿਪੋਰਟ ਦਾ ਵਾਅਦਾ ਕੀਤਾ ਕਿ ਅਸੀਂ ਲਾਗੂ ਕਰਾਂਗੇ, ਤੇ ਤੁਸੀਂ ਉਹ ਲਾਗੂ ਕਰ ਦਿਓ ਨਾ। ਤੁਸੀਂ ਕਾਨੂੰਨ ਇਹ ਕਿਉਂ ਲਾਗੂ ਕਰ ਰਹੇ? ਤੁਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਓ, ਤੁਹਾਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ। ਸੋ ਇੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਓਪੀ ਸੋਨੀ ਦੇ ਬਾਹਰ ਕਿਸਾਨ ਵੱਡੀ ਗਿਣਤੀ 'ਚ ਖੜੇ ਨੇ। 11 ਤਰੀਕ ਨੂੰ ਜਿਹੜੀ ਖਰੀਦ ਹੋਣੀ ਆ ਫਸਲ ਦੀ, ਝੋਨੇ ਦੀ, ਉਹਦਾ ਐਲਾਨ ਸਰਕਾਰ ਨੇ ਕੀਤਾ ਹੈ। ਸੀਐਮ ਸਰਕਾਰ ਜਿਹੜੇ ਨੇ ਸਰਨਜੀਤ ਸਿੰਘ ਚੰਨੀ, ਉਹਨਾਂ ਨੇ ਕਿਹਾ, ਪਰੰਤੂ ਕੇਂਦਰ ਸਰਕਾਰ ਦਾ ਜੋ ਹੁਕਮ ਹੈ ਉਹਦੇ ਅਕੋਰਡਿੰਗਲੀ ਇਹ ਐਲਾਨ ਹੋਇਆ। ਇੱਥੇ ਜਿਹੜੇ ਹਾਲਾਤ ਨੇ ਇੱਥੇ ਕਿਸਾਨਾਂ ਦੇ ਇਹ ਨੇ ਕਿ 10 ਦਿਨ ਦੇ ਅੰਦਰ 90% ਜਿਹੜਾ ਝੋਨਾ ਹੈਗਾ ਆ ਉਹ ਫਸਲ ਜਿਹੜੀ ਆ ਉਹ ਮੰਡੀ ਦੇ ਵਿੱਚ ਆ ਜਾਂਦੀ ਹੈ, ਪਰੰਤੂ ਉਹ ਜੇ ਵਿਕੇਗੀ ਨਹੀਂ ਤਾਂ ਕਿਸਾਨ ਉਸ ਨੂੰ ਸੰਭਾਲਣਗੇ ਕਿੱਥੇ? ਔਰ ਦੂਜੀ ਮੇਨ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜੇ ਪ੍ਰਾਈਵੇਟ ਖਰੀਦ ਹੁੰਦੀ ਹੈ ਤਾਂ ਪ੍ਰਾਈਵੇਟ ਦੇ ਵਿੱਚ ਕਿਸਾਨਾਂ ਦਾ ਜਿਹੜਾ ਬਹੁਤ ਲਾਸ ਹੋਣਾ ਹੈ। ਕਿਸਾਨਾਂ ਨੂੰ ਪੂਰੇ ਪੈਸੇ ਜਿਹੜੇ ਆ ਉਹ ਨਹੀਂ ਮਿਲਣੇ। ਸਰਕਾਰੀ ਖਰੀਦ ਜੇ ਲੇਟ ਹੁੰਦੀ ਹੈ ਤਾਂ ਹਾਲਾਤ ਜਿਹੜੇ ਉਹ ਵੱਧ ਤੋਂ ਬੱਤਰ ਕਿਸਾਨਾਂ ਦੇ ਹੋਣਗੇ, ਉਹਨਾਂ ਨੂੰ ਪੂਰਾ ਪੈਸਾ ਜਿਹੜਾ ਨਹੀਂ ਮਿਲੇਗਾ। ਤੁਹਾਡੀ ਹੋਰ ਵੀ ਕਿਸਾਨਾਂ ਨਾਲ ਅਸੀਂ ਗੱਲਬਾਤ ਕਰਾਉਂਦੇ ਹਾਂ। ਇੱਥੇ ਕਿਸਾਨ ਆਗੂ ਹਰਜੀਤ ਸਿੰਘ ਚੀਤਾ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਓਮ ਪ੍ਰਕਾਸ਼ ਸੋਨੀ ਹੋਣਾ ਦੀ ਕੋਠੀ ਅੱਗੇ ਤੁਸੀਂ ਖੜੇ ਹੋ, ਉਪ ਮੁੱਖ ਮੰਤਰੀ ਨੇ ਪੰਜਾਬ। ਕੀ ਲੱਗਦਾ ਹੈ ਕਿ ਇਸ ਕੋਠੀ ਦਾ ਘਿਰਾਵ ਕਰਨ ਦੇ ਨਾਲ, ਇੱਥੇ ਧਰਨਾ ਪ੍ਰਦਰਸ਼ਨ ਕਰਨ ਦੇ ਨਾਲ ਬੀਜੇਪੀ ਸਰਕਾਰ ਜਿਹੜੀ ਆ ਉਹ ਮੰਨੇਗੀ ਮੰਗਾਂ? ਵੇਖੋ, ਕੈਪਟਨ ਅਮਰਿੰਦਰ ਸਿੰਘ ਨੇ ਜਿੱਦਣ ਦਾ ਅਮਿਤ ਸ਼ਾਹ ਨੇ ਜਾ ਕੇ ਹੱਥ ਮਿਲਾਇਆ ਵਾ, ਉਦੋਂ ਦੀ 1 ਅਕਤੂਬਰ ਦੀ ਸਾਨੂੰ ਆਸ ਸੀ ਵੀ 1 ਅਕਤੂਬਰ ਨੂੰ ਸਾਡੀ ਫਸਲ ਵਿਕਣੀ ਚਾਹੀਦੀ ਹੈ। ਪਰ ਉਦੋਂ ਦੀ ਜਿੱਦਣ ਦਾ ਇਹਨਾਂ ਹੱਥ ਮਿਲਾਇਆ ਉਦੋਂ ਤਾਂ ਜਾ ਕੇ 11 ਤਰੀਕ ਸਾਡੀ ਪੈ ਗਈ, 10 ਦਿਨ ਅੱਗੇ ਪੈ ਗਈ ਆ। ਹੁਣ ਕੈਪਟਨ ਦੇ ਖਾਸ ਇਹ ਆ ਜੀ, ਇਹ ਆਪਣਾ ਓਪੀ ਸੋਨੀ ਨੂੰ ਡਿਪਟੀ ਸੀਐਮ ਬਣਾਉਣ ਦੇ ਵਿੱਚ ਕੈਪਟਨ ਸਾਹਿਬ ਦਾ ਮੇਨ ਹੱਥ ਆ। ਹੁਣ ਸਾਨੂੰ ਕਸੂਰ ਚੰਨੀ ਦਾ ਹੋਵੇ, ਕਸੂਰ ਕੈਪਟਨ ਦਾ ਹੋਵੇ, ਕਸੂਰ ਜਿਹਦਾ ਮਰਜ਼ੀ, ਦੋਵੇਂ ਬੰਨੇ ਦਾ ਹੱਥ ਆ ਸੋਨੀ ਦਾ।
ਤੇ ਸੈਂਟਰ ਸਰਕਾਰ ਦੇ ਵਿੱਚ ਅਸੀਂ ਚਲੋ ਮੰਨਦੇ ਆ ਵੀ ਚਲੋ ਕਿਸੇ ਬੰਨੇ ਵੀ ਇਹਦੇ ਹੱਥ ਨਹੀਂ, ਪਰ ਇਹਨੂੰ ਚਾਹੀਦਾ ਤਾਂ ਹੈ ਹੀ ਨਾ। ਇਸ ਵਕਤ ਦੇ ਵਿੱਚ ਡਿਪਟੀ ਸੀਐਮ ਬਣਿਆ, ਲੜਕੇ ਨੇ ਡਿਪਟੀ ਸੀਐਮ ਦੀ ਕੁਰਸੀ ਲਈ ਆ, ਇਹਨੇ ਫਿਰ ਲੜ ਕੇ ਫਿਰ ਧਰਨਾ ਮੁਜ਼ਾਹਰਾ ਇਹਨੇ ਕੀਤਾ ਵਾ ਵੀ ਮੈਨੂੰ ਡਿਪਟੀ ਸੀਐਮ ਜਿੰਨੀਆਂ ਸਹੂਲਤਾਂ ਚਾਹੀਦੀਆਂ। ਹਰ ਥਾਂ ਤੇ ਆਪਣੇ ਵਾਸਤੇ ਤੇ ਧਰਨੇ ਮੁਜ਼ਾਹਰੇ ਕਰ ਸਕਦਾ ਵੀ ਲੋਕਾਂ ਦੇ ਅੱਜ ਜਦੋਂ ਕਿਸਾਨ ਦਾ ਸੁਸਾਈਡ ਲੈਟਰ ਪਾਸ ਹੋਇਆ ਵਾ ਸੈਂਟਰ ਸਰਕਾਰ ਨੇ ਕੀਤਾ ਵਾ, ਉਹਦੇ ਵਿੱਚ ਉਹਨਾਂ ਕੀਤਾ ਵਾ ਵੀ 10 ਦਿਨ ਜਦੋਂ ਖਰੀਦ ਸਾਡੀ ਗਾਂ ਪਏਗੀ। ਕੱਲ ਮੈਂ ਫਸਲ ਵੇਚ ਕੇ ਆਇਆ ਆਪਣੀ, ਕੱਲ ਮੈਂ 1495 ਰੁਪਏ ਵੇਚ ਕੇ ਆਇਆ ਵਾ। ਜੇ ਸਾਡੀ 1 ਅਕਤੂਬਰ ਨੂੰ ਹੋ ਜਾਂਦੀ ਐਮਐਸਪੀ ਲਾਗੂ ਹੋ ਜਾਂਦੀ, ਸਰਕਾਰੀ ਖਰੀਦ ਲਾਗੂ ਹੋ ਜਾਂਦੀ, ਪ੍ਰਾਈਵੇਟ ਵਾਲਾ ਵੀ ਬੰਦਾ ਸਾਡਾ ਜਿਹੜਾ ਘੱਟੋ ਘੱਟ 1900 ਨੂੰ ਤੇ ਖਰੀਦਦਾ ਨਾ 10-20-50 ਰੁਪਏ ਥੱਲੇ ਖਰੀਦ ਲੈਂਦਾ, ਪਰ ਖਰੀਦਦਾ ਹੈਗਾ। ਇੰਨਾ ਫਰਕ ਤਾਂ ਸਾਡੇ ਝੋਨੇ ਦਾ ਪੈ ਰਿਹਾ ਜਦੋਂ ਸਰਕਾਰੀ ਖਰੀਦ ਬਰਾਬਰ ਤੇ ਹੈ ਨਹੀਂ ਆ। ਪ੍ਰਾਈਵੇਟ ਬੰਦੇ ਨੇ ਉਹਨੇ ਚਿਰ ਤੱਕ ਸਾਨੂੰ ਲੁੱਟਣਾ ਹੀ ਆ ਜਿੰਨਾ ਚਿਰ ਤੱਕ ਸਾਡੇ ਕੋਲ ਸਰਕਾਰੀ ਖਰੀਦ ਮੰਡੀ 'ਚ ਨਹੀਂ ਆਉਂਦੀ। ਇਸ ਕਰਕੇ ਜੇ ਮੰਡੀ ਅੰਮ੍ਰਿਤਸਰ ਦੀ ਮੰਡੀ ਦੀ ਗੱਲ ਕਰੀਏ, ਅੰਮ੍ਰਿਤਸਰ ਦੇ ਮਾਝੇ ਦੀ ਗੱਲ ਕਰੀਏ ਤੇ ਇੱਥੇ ਝੋਨੇ ਦੀ ਜਿਹੜੀ ਬਿਜਾਈ ਆ ਮੋਸਟ ਓਵਰ ਜਿਹੜੀ 50% ਜਿਹੜੀ 10 ਜੂਨ ਤੋਂ ਸ਼ਾਰਟ ਵੈਰਾਈਟੀਆਂ ਬੀਜੀਆਂ ਗਈਆਂ। ਸ਼ਾਰਟ ਵੈਰਾਈਟੀਆਂ ਜਿਹੜੀਆਂ ਪੱਕ ਕੇ ਤਿਆਰ ਹੋ ਗਈਆਂ ਨੇ। ਹੁਣ ਜਿਹੜਾ ਝੋਨਾ ਇੱਥੇ ਤਕਰੀਬਨ ਵੇਖ ਚੁੱਕਿਆ ਵਾ 60% ਝੋਨਾ ਨਿਕਲ ਗਿਆ ਵਾ। ਆਉਣ ਵਾਲੇ 10 ਦਿਨਾਂ 'ਚ 40% ਉਹ ਵੀ ਨਿਕਲ ਜਾਣਾ। ਤੇ 11 ਤਰੀਕ ਨੂੰ ਜਦੋਂ ਸਰਕਾਰੀ ਖਰੀਦ ਆ ਵੀ ਗਈ ਸਾਨੂੰ ਕੋਈ ਫਾਇਦਾ ਨਹੀਂ ਉਹਦਾ ਹੋਣਾ। ਸਾਡੀ ਤੇ ਲੁੱਟ ਜਿਹੜੀ ਆ 500 ਰੁਪਈਆ ਲਾਗਤ ਖਰਚਾ ਸਾਡਾ 2000 ਰੁਪਈਆ ਵਾ। ਲਾਗਤ ਖਰਚੇ ਤੋਂ ਹੇਠਾਂ ਹੀ 500 ਰੁਪਈਆ ਜਦੋਂ ਝੋਨਾ ਵੇਚਾਂਗੇ ਤੇ ਲਾਗਤ ਖਰਚੇ ਇਹਨੇ ਪੂਰੇ ਹੋਣਗੇ ਤੇ ਅਸੀਂ ਸੁਸਾਈਡ ਕਰਾਂਗੇ। ਹੋਰ ਸਾਡੇ ਕੋਲ ਕੋਈ ਰਾਹ ਨਹੀਂ ਜਾਇਆ ਜਾਂਦਾ। ਘਰ ਸੁਸਾਈਡ ਕਰਨ ਨੂੰ ਚੰਗਾ ਸਾਨੂੰ ਇਹਨਾਂ ਦੇ ਗੱਲ ਲਾ ਕੇ ਮਰਨਾ ਬਿਹਤਰ ਆ ਜੀ। ਸੁਸਾਈਡ ਵਾਲੀ ਗੱਲ ਤਾਂ ਵੈਸੇ ਬਹੁਤ ਗਲਤ ਹੈਗੀ ਆ, ਕਿਉਂਕਿ ਅਸੀਂ ਤੁਹਾਡਾ ਇਸ ਗੱਲ ਦੇ ਵਿੱਚ ਬਿਲਕੁਲ ਸਾਥ ਨਹੀਂ ਦੇਵਾਂਗੇ, ਕਿਉਂਕਿ ਜਿਸ ਕੌਮ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਉੱਥੇ ਜਿਹੜਾ ਆ ਜੂਝ ਕੇ ਮਰਨਾ ਚੰਗਾ ਹੈਗਾ ਆ ਸੁਸਾਈਡ ਕਰਨ ਨਾਲੋਂ। ਪਰੰਤੂ ਦੂਜੀ ਗੱਲ ਜੇ ਅਸੀਂ ਕਰਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਛੱਡ ਚੁੱਕੇ ਨੇ। ਬੀਜੇਪੀ ਦੇ ਨਾਲ ਗੱਲਬਾਤ ਉਹਨਾਂ ਦੀ ਜੇ ਚੱਲ ਰਹੀ ਹੈ ਜਾਂ ਕਿਸੇ ਹੋਰ ਪਾਰਟੀ ਨੂੰ ਜਿਹੜਾ ਉਹ ਨਵੀਂ ਬਣਾਉਣ ਜਾ ਰਹੇ ਨੇ। ਪਰੰਤੂ ਉਹਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨਾਂ ਦੇ ਲਈ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਦੇਖਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਕਿਸਾਨ ਮੋਰਚੇ ਨੂੰ ਕਾਫੀ ਸਮਰਥਨ ਵੀ ਦਿੱਤਾ ਸੀਗਾ। ਸੋ ਕੀ ਲੱਗਦਾ ਹੈ ਕਿ ਸਮਰਥਨ ਦੇਣ ਤੋਂ ਬਾਅਦ ਇੱਕਦਮ ਉਹ ਬੀਜੇਪੀ ਸਰਕਾਰ ਨਾਲ ਰਲ ਗਏ ਨੇ ਜਾ ਕੇ, ਜਾਂ ਉਹ ਕਾਂਗਰਸ ਸਰਕਾਰ ਨੂੰ ਨੀਚਾ ਦਿਖਾਉਣ ਦੇ ਲਈ ਕਿਸਾਨਾਂ ਦੇ ਨਾਲ ਅਜਿਹਾ ਵਿਵਹਾਰ ਕਰ ਰਹੇ ਨੇ? ਵੇਖੋ ਪਹਿਲਾਂ ਤਾਂ ਅਸੀਂ ਜਿਹੜੀ ਸੁਸਾਈਡ ਗੱਲ ਗਾਲੀ ਜਿਹੜੇ ਕਿਸਾਨ ਸਾਡੇ ਭੋਲੇ ਭਾਲਿਆ ਜਿਹੜੇ ਵਿਚਾਰੇ ਕਿਸਾਨ ਮੌਸਮ ਕੱਲ ਦਾ ਜਿਹੜਾ ਬਰਸਾਤ ਹੋਈ ਆ, ਬਰਸਾਤ ਦੇ ਵਿੱਚ ਜਿਹੜੀਆਂ ਫਸਲਾਂ ਡਿੱਗ ਪਈਆਂ ਵਾ, ਜਿਹੜਾ 20-20 ਕੁਇੰਟਲ ਦਾ ਝਾੜ ਸੀ ਉਹ 10-10 ਕੁਇੰਟਲ ਤੇ ਆ ਗਿਆ ਵਾ। ਜਦੋਂ ਅੱਧਾ ਝਾੜ ਰਹਿ ਗਿਆ ਕਿਸਾਨ ਤੋਂ ਅਸੀਂ ਮਨੋਬਲ ਵਧਾਉਣ ਵਾਸਤੇ ਇੱਥੇ ਆਣ ਕੇ ਬੈਠਿਆ ਵੀ ਕਿਤੇ ਕਿਸਾਨ ਸਾਡਾ ਪਿੰਡ ਸੁਸਾਈਡ ਨਾ ਕਰ ਲੇ, ਉਹਨੂੰ ਇਹ ਜਿੰਦਾ ਰੱਖਣ ਵਾਸਤੇ ਅਸੀਂ ਇੱਥੇ ਬੈਠਾ ਵੀ ਅੰਦੋਲਨ ਜਾਰੀ ਰੱਖੀਏ। ਸਰਕਾਰ ਦੇ ਗੱਲ ਲੱਗ ਕੇ ਇੱਥੇ ਆਣ ਕੇ ਕੁਛ ਨਾ ਕੁਛ ਸਾਨੂੰ ਫਾਇਦਾ ਹੋ ਸਕਦਾ। ਇਸ ਕਰਕੇ ਸੁਸਾਈਡ ਵਾਲੇ ਅਸੀਂ ਮਨੋਬਲ ਉਹਨਾਂ ਦਾ ਚੁੱਕਣ ਵਾਸਤੇ ਆਨੇ ਵੀ ਉੱਥੇ ਘਰ ਬੈਠੇ ਸੁਸਾਈਡ ਨਾ ਕਰੋ, ਇਹਨਾਂ ਦੇ ਗੱਲ ਲੱਗ ਕੇ ਇੱਥੇ ਮਰੀਏ, ਇੱਥੇ ਜੂਝ ਕੇ ਮਰੀਏ ਇਹਨਾਂ ਗੱਲ। ਸੋ ਜਿਹੜੀ ਗੱਲ ਕੈਪਟਨ ਨੇ ਅਮਰਿੰਦਰ ਦੀ ਗੱਲ ਕਰ ਰਹੀ ਹੈ ਵੀ ਕੈਪਟਨ ਅਮਰਿੰਦਰ ਠੀਕ ਆ, ਸਾਡੇ ਜਿਹੜੀ ਆ ਉਹ ਵਧਾਵਾ ਦਿੱਤਾ ਵਾ, ਅੰਦੋਲਨ ਨੂੰ ਵਧਾਵਾ ਦਿੱਤਾ, ਪਰ ਲੋਕ ਜਿਹੜੇ ਲੜੇ ਆ, ਲੋਕ ਸਾਡੇ ਲੜੇ ਆ। ਠੀਕ ਆ, ਸਰਕਾਰਾਂ ਨੂੰ ਉਹਦੇ ਵਿੱਚ ਕੋਈ ਹੱਥ ਨਹੀਂ ਆ। ਅਸੀਂ ਜਾ ਕੇ ਆਪ ਘਰਾਂ ਚੋਂ ਨਿਕਲੇ ਆ, ਆਪ ਅੰਦੋਲਨ ਇਹਨਾਂ ਦੀਆਂ ਬਸ਼ਾਰਾਂ ਵੀ ਚੱਲੀਆਂ ਵਾ, ਇਹਨਾਂ ਦੀਆਂ ਪੁਲਿਸ ਦੀਆਂ ਡਾਂਗਾਂ ਵੀ ਚੱਲੀਆਂ ਵਾ, ਫਿਰ ਜਾ ਕੇ ਟੂਲ ਪਲਾਜ਼ੇ ਬੰਦ ਕੀਤੇ ਆ, ਫਿਰ ਜਾ ਕੇ ਰੇਲਾਂ ਟਰੈਕ ਤੇ ਬੈਠੇ ਆ। ਜਦੋਂ ਅੰਦੋਲਨ ਇੱਥੋਂ ਭਖਦਾ ਜਾ ਕੇ ਦਿੱਲੀ ਤੇ ਗਏ, ਆਪ ਨਾਕੇ ਤੋੜ ਕੇ ਗਏ ਅਸੀਂ। ਕੈਪਟਨ ਅਮਰਿੰਦਰ ਦਾ ਯੋਗਦਾਨ ਕੋਈ ਨਹੀਂ ਰਿਹਾ। ਕੈਪਟਨ ਅਮਰਿੰਦਰ ਦਾ ਯੋਗਦਾਨ ਠੀਕ ਹੈ, ਹੁਣ ਅਸੀਂ ਜਿਹੜੇ ਕੈਪਟਨ ਅਮਰਿੰਦਰ ਦੀ ਠੀਕ ਹੈ ਚਿਹਰਾ ਚੰਗਾ ਸੀ, ਕਿਸਾਨਾਂ ਪ੍ਰਤੀ ਮੰਡੀ ਦੇ ਵਿੱਚ ਉਹਦਾ ਪ੍ਰਬੰਧ ਸਹੀ ਸੀ, ਮੰਡੀ ਦਾ ਪ੍ਰਬੰਧ, ਬਿਜਲੀ ਦਾ ਪ੍ਰਬੰਧ ਉਹਨੇ ਸਹੀ ਕੀਤਾ। ਠੀਕ ਹੈ, ਇਹ ਗੱਲ ਨੂੰ ਅਸੀਂ ਮੰਨਦੇ ਹਾਂ। ਅਕਾਲੀਆਂ ਨੂੰ 19-21 ਦਾ ਬਿਹਤਰ ਆ, ਬਹੁਤਾ ਬਿਹਤਰ ਨਹੀਂ ਆਪਾਂ ਕਹਿ ਸਕਦੇ, 19-21 ਬਿਹਤਰ ਆ। ਪਰ ਅੱਜ ਜੇ ਕਹਿ ਲਈਏ ਗੱਲ, ਅੱਜ ਦਿੱਲੀ ਦੇ ਤਖਤ ਤੇ ਜਿੱਦਣ ਦਾ ਕੈਪਟਨ ਅਮਰਿੰਦਰ ਸਾਹਿਬ ਦਿੱਲੀ ਦੇ ਵਿੱਚ ਗਏ ਆ, ਜਾ ਕੇ ਅਮਿਤ ਸ਼ਾਹ ਨਾਲ ਮੀਟਿੰਗਾਂ ਕਰਦੇ ਆ, ਸਾਡੀ 1 ਅਕਤੂਬਰ ਨੂੰ ਸਦਾ ਜਿਹੜੀ ਝੋਨੇ ਦੀ ਖਰੀਦ ਹੁੰਦੀ ਆ ਰਹੀ ਆ, ਅੱਜ ਤੋਂ ਕਦੀ ਲੇਟ ਨਹੀਂ ਹੋਈ। ਜਿਹੜੇ 10 ਦਿਨ ਸਾਡੇ ਗਾਂਹ ਪਏ ਆ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਨੇ ਜਾ ਕੇ ਜਦੋਂ ਹੱਥ ਮਿਲਾਇਆ ਵਾ ਅਮਿਤ ਸ਼ਾਹ ਨਾਲ ਜਾ ਕੇ ਤੇ ਸਾਡੀ 10 ਦਿਨ ਗਾਂਹ ਪੈ ਗਈ ਆ। ਕਿਤੇ ਨਾ ਅਸੀਂ ਸਮਝ ਰਹੇ ਵੀ ਇਹਦੀ ਮਿਲੀ ਭੁਗਤ ਨਾਲ ਸਾਡਾ ਕੰਮ ਹੋਇਆ ਵਾ, ਸਾਡੀ ਮਿਲੀ ਭੁਗਤ ਨਾਲ, ਇਹਨਾਂ ਦੀ ਮਿਲੀ ਭੁਗਤ ਨਾਲ ਸਾਡਾ ਕਿਸਾਨਾਂ ਦਾ ਜਿਹੜਾ ਅੱਜ ਜਿਹੜਾ ਲਾਸ ਹੋਇਆ ਵਾ, ਬਹੁਤ ਵੱਡੀ ਸਾਡੀ ਲਾਸ ਹੋਈ। ਅੱਜ ਇੰਨੀ ਵੱਡੀ ਲਾਸ ਹੋਈ ਆ ਵੀ ਸਾਡਾ ਜਿਹੜਾ ਵਾ ਲਾਗਤ ਖਰਚੇ ਤੋਂ ਹੇਠਾਂ ਹੀ 500 ਰੁਪਈਆ ਵੇਚਣ ਆ, ਤੇ ਕਿਸਾਨਾਂ ਦਾ ਬਹੁਤ ਵੱਡਾ, ਕਿਸਾਨ ਘਰ ਕਿੱਦਾਂ ਚਲਾਉਣਗੇ, ਕਿਸਾਨ ਬੱਚਿਆਂ ਨੂੰ ਕਿੱਦਾਂ ਪੜਾਉਣਗੇ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਸੋ 10 ਦਿਨ ਜਿਹੜੇ ਲੇਟ ਹੋ ਚੁੱਕੀ ਆ, 11 ਤਰੀਕ ਤੋਂ ਸ਼ੁਰੂਆਤ ਹੋਣੀ ਆ, ਪਰੰਤੂ ਜੇ ਅਸੀਂ ਮੌਸਮ ਨੂੰ ਦੇਖਦੇ ਹਾਂ ਤਾਂ ਅੱਜ ਵੀ ਬਾਰਿਸ਼ ਜਿਹੜੀ ਹੋਈ ਆ, ਮੀਂਹ ਪੈਣ ਦੇ ਕਾਰਨ ਜਿਹੜੀ ਮੰਡੀ ਦੇ ਵਿੱਚ ਫਸਲ ਖੜੀ ਸੀਗੀ, ਜਿਹੜੀਆਂ ਟਰਾਲੀਆਂ ਖੜੀਆਂ ਸੀਗੀਆਂ ਉਹ ਵੀ ਕਿਤੇ ਨਹੀਂ ਵਿਕੀਆਂ, ਚਾਹੇ ਉਹ ਪ੍ਰਾਈਵੇਟ ਹੀ ਵਿਕਣੀਆਂ ਸੀਗੀਆਂ। ਪਰੰਤੂ ਜਿਹੜੀਆਂ ਫਸਲਾਂ ਖੜੀਆਂ ਹੈਗੀਆਂ ਨੇ, ਫਸਲ ਜਿਹੜੀ ਖੇਤਾਂ ਦੇ ਵਿੱਚ ਖੜੀ ਆ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਹੈ। ਨਮੀ ਦੀ ਜਿਹੜੀ ਆ ਮਾਤਰਾ ਉਹ ਕਿੰਨੀ ਦੱਸੀ ਗਈ ਹੈ ਕਿ ਉਹਦਾ ਰੇਟ ਹੋਰ ਵੀ ਘਟਾ ਦਿੱਤਾ ਜਾਊਗਾ? ਵੇਖੋ ਜਿਹੜੀ ਟੋਟਲ ਰੰਗ ਵੀ ਜ਼ਰੂਰ ਕਿਤੇ ਨਾ ਕਿਤੇ ਕਾਲਾ ਹੋਊਗਾ। ਬਿਲਕੁਲ ਜੀ, ਬਿਲਕੁਲ। ਟੋਟਲ ਪਹਿਲੀ ਤੇ ਗੱਲ ਇਹ ਆ ਵੀ ਜਿਹੜੀ ਕਟਾਈ ਆ ਫਸਲ ਦੀ ਉਹ ਰੁਕ ਗਈ ਆ। ਉਹ ਜਿੰਨਾ ਚਿਰ ਤੱਕ ਜ਼ਮੀਨ ਦੇ ਵਿੱਚ ਸੇਲਿਆ ਉਹਨਾਂ ਚਿਰ ਤੱਕ ਤਾਂ ਕੰਬਾਈਨ ਚੱਲਣੀ ਨਹੀਂ, ਕੰਬਾਈਨ ਚੱਲੂਗੀ ਤੇ ਉਹ ਜਿਹੜੀ ਕਟਾਈ ਉਹਦੀ ਹੋਊਗੀ 5-7 ਦਿਨ ਤੇ ਵੈਸੇ ਲੇਟ ਪੈ ਗਈ। 5-7 ਦਿਨਾਂ ਦੇ ਵਿੱਚ ਜਿਹੜਾ ਝੋਨਾ ਪੱਕਿਆ ਵਾ ਉਹਨੇ ਘੇਰ ਕੇ ਥੱਲੇ ਮੁੱਢਾਂ 'ਚ ਪੈ ਜਾਣਾ, ਉਹਦੀ ਕਟਾਈ ਵੀ ਜਿਹੜੀ ਆ ਉਹਦਾ 50% ਸਾਨੂੰ ਮੁੱਲ ਹਾਸਲ ਹੋਣਾ ਵਾ। ਜੇ ਉਹ ਖੜਕਿਆ ਝੋਨਾ ਇੱਥੇ ਲਿਆ ਕੇ ਵੇਚਾਂਗੇ, ਸਾਡੀ ਸਰਕਾਰੀ ਖਰੀਦ ਤੇ ਹੈ ਹੀ ਨਹੀਂ, ਇਸ ਕਰਕੇ ਇੱਥੇ ਵੀ ਸਾਨੂੰ ਪ੍ਰਾਈਵੇਟ ਵਾਲੇ ਨੇ ਲੁੱਟਣਾ ਵਾ। ਤਕਰੀਬਨ ਕਹਿ ਲਓ ਵੀ ਜਿੰਨੀ ਸਾਡੀ ਸਾਡੀ ਕਮਾਈ ਦਾ ਅੱਧਾ ਹਿੱਸਾ ਸਾਡਾ ਉੱਡ ਜਾਣਾ ਮੌਸਮ ਦੀ ਕਰਕੇ ਵੀ, ਮਾਰ ਦੇ ਕਰਕੇ ਵੀ। ਸੋ ਇਹਦੇ ਕਰਕੇ ਮੌਸਮ ਦੀ ਜਿੱਥੇ ਮਾਰ ਵੀ ਸਾਨੂੰ ਝੱਲਣੀ ਪੈਣ ਰਹੀ ਆ, ਉੱਥੇ ਸਾਨੂੰ ਸਰਕਾਰਾਂ ਬਜਾਈ ਤੋਂ ਲੈ ਕੇ
ਬਜਾਈ ਤੋਂ ਲੈ ਕੇ ਐਂਡ ਤੱਕ। ਜੇ ਬਜਾਈ ਦੇ ਵਿੱਚ ਹੁਣ ਵੀ ਗੱਲ ਕਰੀਏ, ਜਦੋਂ 56 ਰੈਕ ਹੁਣ ਤੱਕ ਸਾਨੂੰ ਮਿਲਨੇ ਸੀ, 56 ਰੈਕ ਦੇ ਵਿੱਚ ਖਾਦ ਦੇ ਸਾਨੂੰ ਇਸ ਟਾਈਮ ਦੇ ਵਿੱਚ 3-4 ਰੈਕ ਮਿਲੇ ਆ, ਜਿਹੜੇ ਸਾਨੂੰ ਜਿਹੜੀ ਪ੍ਰਭਾਵਿਤ ਕਰਨ ਦੇ ਆਉਣ ਵਾਲੀ ਫਸਲ ਦੀ ਬਜਾਈ ਵਾਸਤੇ। ਮਟਰਾਂ ਦੀ, ਆਲੂਆਂ ਦੀ ਜਿਹੜੀ ਮੋਸਟ ਓਵਰ ਇਸੇ 40-50% ਬਜਾਈ ਮਾਝੇ 'ਚ ਹੋ ਜਾਂਦੀ ਆ, ਉਹ ਪ੍ਰਭਾਵਿਤ ਹੋਣ ਡਿਆ। ਕਿਤੇ ਸਾਨੂੰ ਬਜਾਈ ਵੇਲੇ ਵੀ ਧਰਨਾ ਲਾਉਣਾ ਪੈ ਰਿਹਾ। ਫਿਰ ਜਦੋਂ ਫਸਲ ਨੂੰ ਬੀਜਦੇ ਆ, ਅਵਾਰਾ ਪਸ਼ੂਆਂ ਦੀ ਮਾਰ, ਆਪਣਾ ਪੰਛੀਆਂ ਦੀ ਮਾਰ, ਸਾਨੂੰ ਬੇਮੌਸਮੀ ਮਾਰ, ਸਾਨੂੰ ਆ ਟੀਂਡਾ ਜਿਹੜਾ ਪੈ ਗਿਆ, ਨਰਮੇ ਨੂੰ ਟੀਂਡਾ ਪੈ ਗਿਆ, ਉਹਦੀ ਮਾਰ, ਸਾਨੂੰ ਸੁੰਡੀ ਦੀ ਮਾਰ, ਹਰ ਮਾਰ ਨਾਲ ਹੀ ਝੱਲਦੇ ਜੇ ਮੰਡੀ ਤੱਕ ਪਹੁੰਚੇ ਤੇ ਮੰਡੀ ਤੱਕ ਸਾਡਾ ਆਹ ਹਾਲਾਤ ਹੋਣ ਡਏ ਆ। ਮੰਡੀ ਦੇ ਵਿੱਚ ਵੀ ਸਾਨੂੰ ਜਿਹੜਾ ਟੋਟਲ ਜਿਹੜਾ ਖਰਚੇ ਤੋਂ ਵੀ 500 ਰੁਪਈਆ ਹੇਠਾਂ ਸਾਡਾ ਫਸਲ ਵਿੱਚ। ਤੁਸੀਂ ਬਹੁਤ ਪਰੇਸ਼ਾਨ ਦਿਖਾਈ ਦੇ ਰਹੇ ਹੋ। ਨਹੀਂ ਮੈਂ ਪਰੇਸ਼ਾਨ ਨਹੀਂ ਸੋ ਇਹ ਇੱਕ ਗੱਲ ਹੋਰ, ਰੰਧਾਵਾ ਸਾਹਿਬ ਜਿਹੜੇ ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਪੰਜਾਬ ਦੇ ਵਿੱਚ ਕਿਤੇੋਂ ਵੀ ਬਾਹਰੋਂ ਜਿਹੜਾ ਆ ਝੋਨਾ ਆ ਕੇ ਨਹੀਂ ਵਿਕਣ ਦਿੱਤਾ ਜਾਊਗਾ। 16 ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਦੇ ਜਿਹੜੇ ਆ ਉਹਨਾਂ ਨੇ ਲਗਾ ਦਿੱਤਾ, ਹੁਕਮ ਲਗਾ ਦਿੱਤਾ ਹੈ ਕਿ ਜੇ ਇਹੋ ਜਿਹੀ ਕੋਈ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਸਾਰਾ ਦਾ ਸਾਰਾ ਐਲੀਗੇਸ਼ਨ ਐਸਐਸਪੀ ਤੇ ਲੱਗੇ। ਨਹੀਂ ਤੇ ਰੰਧਾਵਾ ਸਾਹਿਬ ਪਹਿਲੋਂ ਕਿਉਂ ਨਹੀਂ ਬੋਲੇ? ਪਹਿਲੋਂ ਵੀ ਇਹ ਵਿਧਾਇਕ ਰਹੇ ਆ, ਪਿਛਲੀ ਸਰਕਾਰ ਵੇਲੇ ਵੀ ਹੁਣ ਵੀ ਰਹੇ ਆ। ਰੰਧਾਵਾ ਸਾਹਿਬ ਪਹਿਲੋਂ ਕਿਉਂ? ਇਹ ਜਿਹੜਾ ਘਪਲਾ ਫੜਿਆ ਪਿਛਲੇ ਸਾਲ ਕਿਸਾਨਾਂ ਨੇ ਫੜਿਆ, ਇਹ ਗੁਰਖ ਧੰਦਾ ਕਰਦਾ ਕੌਣ ਰਿਹਾ ਵਾ? ਪਹਿਲੋਂ ਰੰਧਾਵਾ ਸਾਹਿਬ ਨੂੰ ਇਹ ਪੁੱਛੇ। ਇਹ ਡਿਪਟੀ ਸੀਐਮ ਇੱਕ ਰੰਧਾਵਾ ਸਾਹਿਬ ਹੈ, ਇੱਕ ਓਪੀ ਸੋਣੀ ਆ। ਓਪੀ ਸੋਣੀ ਦੇ ਧੰਦੇ ਕਰਦਾ ਰਿਹਾ ਪਿਛਲੇ ਸਾਲ, ਇਹਦੇ ਤੇ ਧੰਦੇ ਹੀ ਫੜੇ ਆ। ਯੂਪੀ ਦੇ ਵਿੱਚੋਂ ਟਰੱਕ ਲਿਆ ਕੇ ਤੇ ਉੱਥੇ ਦਾ ਅੰਮ੍ਰਿਤਸਰ ਇੰਜੀਨੀਅਰ ਕਾਲਜ ਦੇ ਸਾਹਮਣੇ ਤੇ ਗੋਦਾਮ ਆ, ਉੱਥੇ ਲਿਆ ਤੇ ਵੇਚਦਾ ਰਿਹਾ। ਧੰਦੇ ਕਰਨ ਵਾਲੇ ਵੀ ਇਹ ਤੇ ਹਦਾਇਤਾਂ ਦੇਣ ਵਾਲੇ ਵੀ ਇਹ। ਫੜਿਆ ਕਿੰਨੇ? ਕਿਸਾਨਾਂ ਨੇ ਫੜਿਆ ਵਾ। ਇਸ ਕਰਕੇ ਕਿਸਾਨ ਆਪ ਦੀ ਰਾਖੀ ਆਪ ਕਰਨੀ ਜਾਣਦੇ ਆ। ਇਹ ਤੇ ਐਵੇਂ ਨਾਟਕ ਜਿਹੜੇ ਨਾਟਕ ਨਾ ਕਰਨ, ਕਿਸਾਨਾਂ ਨੇ ਆਪਣਾ ਝੋਨਾ ਆਪ ਹੀ ਬੰਦ ਕਰਾ ਲੈਣਾ। ਜੀ, ਜਿਹੜੀ ਸ਼ੁਰੂਆਤ ਤੁਸੀਂ ਕੀਤੀ ਸੀ ਤੇ ਉਹ ਸਰਕਾਰਾਂ ਦੀ ਕਿਤੇ ਨਾ ਕਿਤੇ ਹੁਣ ਜਿਹੜੀ ਨਿਗਾਹ ਦੇ ਵਿੱਚ ਆ ਚੁੱਕੀ ਹੈ, ਚਾਹੇ ਉਹ ਤੁਹਾਨੂੰ ਹੀ ਦਿਖਾਉਣ ਦੇ ਲਈ ਸਹੀ, ਉਹ ਕਿਤੇ ਨਾ ਕਿਤੇ ਐਲਾਨ ਜ਼ਰੂਰ ਕਰ ਰਹੇ ਨੇ। ਰੰਧਾਵੇ ਉਹਨਾਂ ਨੂੰ ਤਹੀਂ ਫੜਿਆ, ਧੰਦੇ ਤੇ ਇਹ ਕਰਦੇ, ਫੜਿਆ ਤੇ ਹੀ ਆ। ਅਸੀਂ ਤੇ ਇਹਨਾਂ ਦੀ ਆਪ ਰਾਖੀ ਕਰਨੇ ਆ ਵੀ ਇਹ ਕਿਤੇ ਲੁੱਟ ਘਸੁੱਟ ਨਾ ਕਰਨ। ਸੋ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਰਹੇ ਆ, ਅਸਲੀ ਤੇ ਚਿਹਰਾ ਇਹ ਆ ਵੀ ਧੰਦੇ ਕਰਨ ਰਹੇ ਆ। ਇਹੋ ਝੋਨਾ ਲਿਆ 1000 ਰੁਪਈਆ ਕੁਆਂਟਲ ਮਗਰ ਕੱਢਦੇ ਰਹੇ ਆ ਤੇ 3-4 ਲੱਖ ਰੁਪਈਆ ਇੱਕ ਟਰੱਕ ਮਗਰ ਕਮਾਉਂਦੇ ਰਹੇ ਆ। 35 40 ਟਰੱਕ ਇੱਕ ਵਿਧਾਇਕ ਰੋਜ਼ ਦੇ ਵੇਚਦਾ ਰਿਹਾ ਵਾ। ਉੱਥੋਂ ਦਾ ਕਿਸਾਨ ਵੀ ਲੁੱਟਿਆ ਗਿਆ, ਇੱਥੋਂ ਦਾ ਕਿਸਾਨ ਵੀ ਲੁੱਟਿਆ ਗਿਆ। ਗੁਰਖ ਧੰਦੇ ਕਰਦੇ ਰਹੇ ਆ। ਗੁਰਖ ਧੰਦੇ ਇਹਨਾਂ ਨੂੰ ਬੰਦ ਕਰਨ ਵਾਸਤੇ ਅਸੀਂ ਵੇਖੋ ਬੜੀ ਆਸ ਸੀ ਸਾਨੂੰ ਵੀ 1 ਅਕਤੂਬਰ ਨੂੰ ਸਾਡੀ ਖਰੀਦ ਸ਼ੁਰੂ ਹੋ ਜੂ। 1 ਅਕਤੂਬਰ ਨੂੰ ਵੇਖੋ ਹੁਣ ਮੈਂ ਆ ਫਸਲ ਵੇਚ ਕੇ ਆ, ਸਾਡਾ ਕਿਸਾਨ ਆ 1500 ਰੁਪਈਆ 1500 ਨੂੰ ਵੇਚੀ ਅਸੀਂ, 1495 1500 ਵੀ ਹਾਂ 1500 ਵੀ ਨਹੀਂ ਤੇ ਵੇਖੋ 500 ਰੁਪਈਆ ਹੇਠਾਂ ਵੇਚੀ ਅਸੀਂ ਤੇ ਸਾਡੇ ਲਾਗਤ ਖਰਚਾ 2000 ਰੁਪਈਆ ਸਾਡਾ ਲਾਗਤ ਖਰਚਾ ਆ ਰਿਹਾ। ਤੇਜਪਾਲ ਸਿੰਘ ਸਨ ਆਫ ਹਰਕੇਵਲ ਸਿੰਘ ਚੀਚੇ ਤੋਂ ਹੈਗੇ ਨੇ, ਸੋ ਜ਼ਰੂਰ ਦਿਖਾਓ ਜਰਾ। ਇਹ ਆ ਪਿਛਲੇ ਅਸੀਂ ਇੱਕ ਦਿਨ ਪਹਿਲਾਂ ਵੇਖੋ ਰੇਟ ਵੱਧ ਤੇ ਵੇਚੀ ਆ। ਹੁਣ ਰੇਟ ਜੋ ਸਰਕਾਰੀ ਖਰੀਦ 1615 ਜਦੋਂ ਐਲਾਨ ਹੋ ਗਿਆ ਉਹਨਾਂ ਉਸੇ ਵੇਲੇ ਇਹ ਤਾਂ ਹੱਥ ਜੋੜ ਕੇ ਵੇਚੀ ਆ ਰਾਤ। ਜੀ ਖੁਦ ਜੀ ਜਦੋਂ ਐਲਾਨ ਹੋ ਗਿਆ, ਜਦੋਂ ਐਲਾਨ ਕਰ ਦਿੱਤਾ ਉਹਨਾਂ ਨੇ ਕਿ ਜਿਹੜੀ ਆ ਫਸਲ ਆ 11 ਤਰੀਕ ਨੂੰ ਵਿਕੂਗੀ, 11 ਤਰੀਕ ਨੂੰ ਖਰੀਦ ਆਊਗੀ। ਹਾਂਜੀ, ਉਸ ਟਾਈਮ ਦੇ ਉੱਤੇ ਇਹਨਾਂ ਨੇ ਉਸੇ ਵੇਲੇ ਹੀ ਆ ਰੇਟ 1400 ਰੁਪਇਆ ਰੇਟ ਲਾਉਂਦੇ ਸੀ। ਮੈਂ ਕਿਹਾ ਨਹੀਂ ਵੇਚਣੀ। ਔਰ ਸ਼ਾਮਾਂ ਨੂੰ 6 ਵਜੇ ਦੇ ਲਗਭਗ ਜਿਹੜਾ ਆ ਫਿਰ ਦਲਾਲ ਉਹ ਵੀ ਉੱਥੇ ਨਹੀਂ ਆਏ। ਆੜਤੀਆਂ ਨੇ ਫੋਨ ਦੇ ਉੱਤੇ ਦਲਾਲ ਨਾਲ ਗੱਲ ਕੀਤੀ ਆ ਔਰ ਦਲਾਲ ਨਾਲ ਫੋਨ ਦੇ ਉੱਤੇ ਗੱਲ ਕਰਕੇ ਵੀ ਭਾਜੀ ਉਹ ਨਹੀਂ ਗਾ ਮੰਨਦਾ। ਉਹ ਕਹਿੰਦਾ ਕਿ ਮੈਂ 1450 ਤੋਂ ਵੱਧ ਨਹੀਂ ਦੇਣਾ। ਮੈਂ ਕਿਹਾ ਯਾਰ ਮੈਂ ਲੱਦ ਕੇ ਲੈ ਜਾਣੀ ਹੈ। ਜਦੋਂ ਮੈਂ ਲੱਦ ਕੇ ਕਿਹਾ, ਲਾ ਦਿੱਤੀ ਸੀ ਮੰਡੀ 'ਚ ਇੱਕ ਵਾਰ। ਹਾਂਜੀ, ਨਹੀਂ ਲਾਈ ਸੀ ਜੀ, ਢੇਰੀ ਬਣੀ ਸੀ, ਬਣ ਕੇ ਢੇਰੀ 11 ਵਜੇ ਦੇ ਨਾਲ ਵਪਾਰੀ ਆਉਂਦਾ ਆ। ਜਦੋਂ 11 ਵਜੇ ਵਪਾਰੀ ਆਇਆ, ਮੈਂ ਨਾਲ ਹੀ ਵਪਾਰੀ ਦੇ ਰਿਹਾ ਆ, ਵਪਾਰੀ ਦੇ ਨਾਲ ਰਿਹਾ ਆ। ਵਪਾਰੀ ਢੇਰੀਆਂ ਵੇਖ ਕੇ ਸੁੱਟੀ ਜਾਂਦਾ ਸੀ, ਜਿਹੜਾ ਕਿ ਇੱਕ ਦਿਨ ਪਹਿਲਾਂ ਜਿਹੜਾ ਸੀ 1600 ਦੇ ਲਗਭਗ ਖਰੀਦ ਕਰ ਰਿਹਾ ਸੀ। ਜਦੋਂ ਐਲਾਨ ਹੋ ਗਿਆ, ਐਲਾਨ ਦੇ ਬਾਵਜੂਦ ਉਹਨਾਂ ਨੇ ਜਿਹੜਾ ਆ ਉਹ ਆਪਣੀ ਮਨਮਰਜ਼ੀ ਚਾਹੀ ਵੀ ਅਸੀਂ ਲੁੱਟ ਲਈਏ ਇਹਨਾਂ ਨੂੰ। ਫਿਰ ਅੱਜ ਲੁੱਟ ਲਈਏ ਇਹਨਾਂ ਨੂੰ, ਕਿਉਂਕਿ 11 ਦਿਨ ਅੱਗੇ ਪੈ ਗਏ ਆ। ਉਹ ਲੁੱਟਣ ਵਾਸਤੇ ਉਹਨਾਂ ਨੇ ਸਾਡਾ ਆਹ ਹਾਲ ਕੀਤਾ। ਸੋ ਹਾਲਾਤ ਜਿਹੜੇ ਨੇ ਕਿਸਾਨਾਂ ਦੇ, ਜਿਹੜੀ ਜਿੱਦ ਤੋਂ ਉਹਨਾਂ ਨੇ ਧਰਨਾ ਸ਼ੁਰੂਆਤ ਕੀਤੀ ਸੀਗੀ, ਦਿੱਲੀ ਵਿੱਚ ਧਰਨਾ ਲਾਇਆ ਸੀਗਾ ਕਿ ਪ੍ਰਾਈਵੇਟ ਜਿਹੜੀ ਲੁੱਟ ਖਸੁੱਟ ਆ ਉਹਦੇ ਤੋਂ ਸਾਨੂੰ ਬਚਾਇਆ ਜਾਵੇ। ਅੰਬਾਨੀਆਂ ਅਡਾਨੀਆਂ ਦੇ ਨਾਮ ਲੱਗਦੇ ਸੀਗੇ ਤੇ ਹਾਲਾਤ ਜਿਹੜੇ ਉਹ ਫਿਰ ਸਾਹਮਣੇ ਆ ਚੁੱਕੇ ਨੇ, ਕਿਉਂਕਿ 10 ਦਿਨ ਖਰੀਦ ਅੱਗੇ ਪੈ ਚੁੱਕੀ ਆ। ਪਹਿਲੇ ਦਿਨ ਇਹਨਾਂ ਦੀ ਜਿਹੜੀ ਫਸਲ ਦਾ ਰੇਟ ਹੈਗਾ ਆ ਉਹ ਲੱਗਿਆ ਹੈਗਾ 1615 ਔਰ ਅਗਲੇ ਦਿਨ ਜਦੋਂ ਇਹ ਵੇਚਣ ਲਈ ਜਾਂਦੇ ਨੇ 1 ਤਰੀਕ ਨੂੰ, ਜਦੋਂ ਅਨਾਉਂਸਮੈਂਟ ਹੋਈ ਹੈ ਕਿ 11 ਤਰੀਕ ਤੋਂ ਸਰਕਾਰੀ ਜਿਹੜੀ ਆ ਫਸਲ ਦੀ ਖਰੀਦ ਸ਼ੁਰੂ ਹੋਣੀ ਹੈ ਤੇ 1495 ਰੁਪਏ ਜਿਹੜਾ ਰੇਟ ਆ ਉਹ ਲਗਾ ਦਿੱਤਾ ਜਾਂਦਾ ਆ। ਕਿੰਨੀ ਫਸਲ 1495 ਤੇ ਤੁਸੀਂ ਵੇਚ ਕੇ ਆਏ ਹੋ? ਮੈਂ ਜੀ ਕੋਈ 116 ਕੁਇੰਟਲ ਦੇ ਲਗਭਗ ਜਿਹੜੀ ਆ ਉਹ ਮੈਂ ਵੇਚੀ ਆ ਜੀ ਆਪਣਾ 1495 ਔਰ ਕੋਈ 105 ਕੁਇੰਟਲ ਦੇ ਲਗਭਗ 1615 ਰੁਪਏ ਵੇਚੀ ਹੈ। ਸਰਕਾਰੀ ਰੇਟ ਕੀ ਹੈ? ਸਰਕਾਰੀ ਰੇਟ ਜਿਹੜਾ ਹੈਗਾ ਜੀ
1960 ਰੁਪਏ। 1960 ਤੇ ਕਿੰਨਾ ਘਾਟਾ ਤੁਹਾਨੂੰ ਪੈ ਗਿਆ? ਵੇਖੋ ਜੀ ਘਾਟਾ ਤੇ 500 ਦੇ ਲਗਭਗ, ਪੌਣੇ 500 ਦੇ ਲਗਭਗ ਘਾਟਾ ਸਾਨੂੰ ਪੈ ਗਿਆ। ਹਾਂਜੀ, ਪ੍ਰਤੀ ਕੁਇੰਟਲ ਪੈ ਗਿਆ। ਮੈਂ ਤਾਂ ਰੋਟੀ ਖੜੀ ਸੀ, ਮੈਂ ਤਾਂ ਰੋਟੀ ਵੀ ਨਹੀਂ ਖਾਧੀ ਉੱਥੇ। ਮੈਂ ਤਾਂ ਰੋਟੀ ਵੀ ਨਹੀਂ ਖਾਧੀ, ਮੇਰੀ ਰੋਟੀ ਉਦਾਂ ਹੀ ਵੱਜ ਕੇ ਘਰ ਵਾਪਸ ਆ ਗਈ। ਰੋਟੀ ਕੀ ਖਾਣੀ ਸੀ? ਇੰਨਾ ਦਿਲ ਦੁਖੀ ਹੋਇਆ? ਬਿਲਕੁਲ ਜੀ, ਦਿਲ ਦੁਖੀ ਹੋਇਆ। ਔਰ ਜਦੋਂ ਵਾਪਸ ਆ ਕੇ ਵੇਖਿਆ ਰਾਤ ਨੂੰ ਬਾਰਿਸ਼ ਪੈ ਗਈ ਆ, ਜਦੋਂ ਸਵੇਰੇ ਪਿੰਡ ਵਿੱਚ ਜਾ ਕੇ ਵੇਖਿਆ ਆਪਣੇ ਉੱਠ ਕੇ, ਤੇ ਉਹ ਬਿਲਕੁਲ ਹੀ ਕਈਆਂ ਦੀਆਂ ਫਸਲਾਂ ਮੁੱਦੀਆਂ ਹੋਈਆਂ ਪਈਆਂ ਸੀ, ਕਈਆਂ ਦੇ ਕੋਈ ਨੁਕਸਾਨ, ਕਈਆਂ ਦੇ ਪਾਣੀ ਜ਼ਿਆਦਾ। ਮਤਲਬ ਕਿਸਾਨ ਨੂੰ ਤੇ ਗਵਰਨਮੈਂਟ ਤੇ ਮਾਰ ਹੀ ਰਹੀ ਆ। ਉਹ ਰੱਬ ਨੇ ਵੀ ਸਾਡਾ ਰਾਤੀ ਸਾਥ ਨਹੀਂ ਦਿੱਤਾ। ਬੇਸ਼ੱਕ ਇਹ ਜਿਹੜੀਆਂ ਔਕੜਾਂ ਨੇ ਕੁਦਰਤੀ, ਇਹ ਕਿਸਾਨ ਹਮੇਸ਼ਾ ਹੀ ਚੱਲਦਾ ਰਿਹਾ, ਪਰੰਤੂ ਕਿਤੇ ਨਾ ਕਿਤੇ ਕਿਸਾਨਾਂ ਨੂੰ ਆਪਣੀ ਸਰਕਾਰ ਜਿਹੜੇ ਉਹਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਤੋਂ ਆਸ ਹੁੰਦੀ ਹੈ, ਪਰੰਤੂ ਤੁਹਾਡੀ ਉਹ ਆਸ ਵੀ ਲਗਭਗ ਖਤਮ ਹੋ ਚੁੱਕੀ। ਵੇਖੋ ਜੀ, ਇਹਨਾਂ ਤੋਂ ਸਾਨੂੰ ਕੀ ਆਸ ਆ? ਇਹ ਕਿਸਾਨ ਮਜ਼ਦੂਰ ਨੂੰ ਮਾਰਨ ਡਏ ਆ। ਜਦੋਂ ਇੰਨੇ ਟਰੱਕ ਲਿਆ ਕੇ ਸਾਡੇ ਕਿਸਾਨ ਆਗੂਆਂ ਨੇ ਦੱਸਿਆ ਵੀ ਵੇਚਦੇ ਰਹੇ ਆ, ਕਿਸਾਨ ਅਨਾਜ ਪੈਦਾ ਕਰੇ ਤਾਂ ਇਹ ਸਰਮਾਏਦਾਰਾਂ ਦੇ ਨਾਲ ਰਲ ਕੇ ਉਹ ਅਨਾਜ ਜਿਹੜਾ ਆ ਉਹ 800 ਰੁਪਏ ਨੂੰ ਖਰੀਦ ਕੇ ਤੇ ਬਾਅਦ 'ਚ ਜਿਹੜਾ 1900 2000 ਰੁਪਏ ਨੂੰ ਵੇਚਣ, 1960 ਜਿਹੜਾ ਹੁਣ ਰੇਟ ਹਨਾ। ਤਾਂ ਫਿਰ ਵੇਖੋ ਕਿੱਡਾ ਇਹ ਤੇ ਸਮਝੋ ਕਿਸਾਨ ਨੂੰ ਜਿਹੜਾ ਘਾਟਾ ਤੇ ਹੈਗਾ ਹੀ ਹੈਗਾ ਆ। ਪਰ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈਗੀ ਜੀ। ਸਾਨੂੰ ਆਸ ਗੁਰੂ ਰਾਮਦਾਸ ਤੋਂ। ਗੁਰੂ ਰਾਮਦਾਸ ਨੇ ਗੁਰੂ ਨਾਨਕ ਪਾਤਸ਼ਾਹ ਨੇ ਧਰਨਾ ਲਵਾਇਆ ਦਿੱਲੀ ਦੇ ਵਿੱਚ, ਔਰ ਉਹ ਲੱਗਾ ਹੀ ਰਹਿਣਾ ਆ ਜਿੰਨਾ ਚਿਰ ਤੱਕ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਅੱਜ ਬਰਸਾਤ ਦੇ ਕਾਰਨ ਕਿੰਨਾ ਕੁ ਨੁਕਸਾਨ ਜਿਹੜਾ ਆ ਅੱਜ ਦਿਖਾਈ ਦੇ ਰਿਹਾ ਆ, ਕਿਉਂਕਿ ਕੱਲ ਵੀ ਬਾਰਿਸ਼ ਹੋਈ ਆ, ਅੱਜ ਸਵੇਰੇ ਫਿਰ ਬਾਰਿਸ਼ ਹੋਈ ਆ। ਕਿੰਨੇ ਕੁ ਪਰਸੈਂਟ ਲੋਕਾਂ ਦਾ ਜਿਨ੍ਹਾਂ ਨੇ ਮਟਰ ਜਾਂ ਆਲੂ ਲਗਾਉਣੇ ਸੀਗੇ ਉਹਨਾਂ ਦਾ ਨੁਕਸਾਨ ਹੋ ਚੁੱਕਿਆ, ਔਰ ਫਸਲ ਜਿਹੜੀ ਆ ਲਗਭਗ ਨਾਮੁਮਕਿਨ ਜੀ ਹੋ ਗਈ ਹੈ ਕਿ ਉਹ ਮਟਰ ਜਾਂ ਆਲੂ ਲਾਉਣੇ? ਵੇਖੋ, ਜਿਹੜੇ ਮਟਰ ਆਲੂ ਵਾਲੇ ਆ ਉਹਨਾਂ ਦਾ ਨੁਕਸਾਨ ਤੇ ਹੋਇਆ ਆ, ਲੇਕਿਨ ਜੇ ਆਪਾਂ ਆਖੀਏ ਵੀ ਝੋਨੇ ਵਾਲਿਆਂ ਦਾ ਜਾਂ ਇਹਨਾਂ ਦਾ ਨੁਕਸਾਨ ਹੋਇਆ, ਝੋਨੇ ਵਾਲਿਆਂ ਦਾ ਕੋਈ ਐਡਾ ਨੁਕਸਾਨ ਨਹੀਂ, ਕਿਉਂਕਿ ਲੋਕਾਂ ਨੇ 15 ਦਿਨ ਪਹਿਲਾਂ ਤੋਂ ਪਾਣੀ ਖੇਤਾਂ ਦਾ ਬੰਦ ਕਰ ਚੁੱਕੇ ਸੀ ਵੀ ਗਵਰਨਮੈਂਟ ਨੇ 1 ਤਰੀਕ ਨੂੰ ਸਾਡਾ ਝੋਨਾ ਖਰੀਦਣਾ ਹੈ, ਔਰ 15 ਦਿਨ ਪਹਿਲਾਂ ਪਾਣੀ ਬੰਦ ਕਰਨਾ ਪੈਂਦਾ। ਇਸ ਕਰਕੇ ਝੋਨੇ ਸਾਡੇ ਸੁੱਕ ਚੁੱਕੇ ਸੀ, ਸੁੱਕੇ ਸੀ, ਔਰ ਇਹ ਬਾਰਿਸ਼ ਦੇ ਨਾਲ ਸਾਡੇ ਝੋਨਿਆਂ ਨੂੰ ਕੋਈ ਐਡਾ ਵੱਡਾ ਨਹੀਂ ਫਰਕ ਪਿਆ। ਉਹਨੂੰ ਪਿਆ ਵੀ ਆ ਜਿਹਨੇ ਕਿਸੇ ਨੇ ਪਾਣੀ ਖੇਤਾਂ ਨੂੰ ਲਾਇਆ ਸੀ, ਉਹਦਾ ਹੋ ਸਕਦਾ ਕਿ ਝੋਨਾ ਵਿਛ ਗਿਆ ਆ, ਹਨਾ। ਉਹਨੂੰ ਬਹੁਤ ਪ੍ਰੋਬਲਮ ਆਈ ਆ। ਉਹ ਜੇ 20 ਕੁਇੰਟਲ ਤੋਂ 10 ਰਹਿ ਗਿਆ, ਉਹਦਾ ਉਸ ਕਿਸਾਨ ਨੂੰ ਫਰਕ ਪਿਆ। ਨਹੀਂ, ਜਿਹੜੀ ਨਵੀਂ ਫਸਲ ਦੀ ਬਿਜਾਈ ਹੋਈ ਨਾ, ਮਟਰਾਂ ਦੀ, ਆਲੂਆਂ ਦੀ ਜਿਹੜੀ ਬਿਜਾਈ, ਉਹ ਵੀ ਬੜੀ ਪ੍ਰਵਾਹ। ਹੁਣ ਮਹਿੰਗੇ ਭਾਅ ਦੇ ਸੀਡ ਤੁਹਾਨੂੰ ਪਤਾ ਕਿੰਨੇ ਮਹਿੰਗੇ ਆ। ਟੋਟਲ ਕਿਸਾਨ ਜਿਹੜਾ ਵਾ ਬਾਹਰੋਂ ਬੀਜ ਲੈ ਕੇ ਬੀਜਦਾ ਵਾ, ਉਹ ਬੀਜੇ ਵੀ ਉੱਤੇ ਮਤਲਬ ਪਾਣੀ, ਬਰਸਾਤ ਨਾਲ ਪਾਣੀ ਖੜ ਗਿਆ, ਉੱਗਣੇ ਹੀ ਨਹੀਂ। ਕਿੰਨੇ ਦਾ ਬੀਜ ਜਿਹੜਾ ਹੈਗਾ ਆ 1 ਕਿੱਲੇ ਦੇ ਵਿੱਚ ਮਟਰਾਂ ਦਾ ਲਾ ਰਹੇ ਨੇ? ਹੁਣ ਵੇਖੋ ਟੋਟਲ ਖਰਚਾ ਜਿਹੜਾ ਸਾਡਾ ਮਟਰਾਂ ਦਾ ਬਿਜਾਈ ਤੇ ਮਟਰਾਂ 10000 ਰੁਪਈਆ ਲੱਗਦਾ ਵਾ। ਡੀਜ਼ਲ ਖਰਚਾ ਲਾ ਲਈਏ, ਖਾਦ ਲਾ ਲਈਏ, ਬੀਜ ਲਾ ਲਈਏ, ਇਹ 10000 ਰੁਪਈਆ ਲੱਗਦਾ ਵਾ। ਆਲੂਆਂ ਤੇ ਸਾਡਾ 15 ਤੋਂ 20000 ਰੁਪਈਆ ਲੱਗਦਾ ਵਾ। ਤੇ ਮਤਲਬ ਸਾਡਾ ਉਹ ਤਾਂ ਐਵੇਂ ਗਿਆ ਨਾ, ਬਾਰਿਸ਼ ਪੈਣ ਦੇ ਨਾਲ ਉਹ ਬਹੁਤ ਵੱਡਾ ਨੁਕਸਾਨ ਹੋ ਚੁੱਕਾ। ਬਹੁਤ ਵੱਡਾ ਨੁਕਸਾਨ ਜੀ ਸਾਡਾ। ਵੇਖੋ, ਅਸੀਂ ਬਾਰਿਸ਼ ਨੇ ਵੀ ਸਾਨੂੰ ਮਾਰਿਆ, ਸਾਨੂੰ ਸਿਆਸਤ ਨੇ ਵੀ ਮਾਰਿਆ, ਸਾਨੂੰ ਦੋਵੇਂ ਬੰਨਿਓ ਮਾਰਿਆ। ਸਾਨੂੰ ਦੁਖੀ ਕਿਸਾਨ ਇਸ ਬੰਨਿਓ ਵੀ ਸਾਡੀ ਬਾਂਹ ਕਿਤੇ ਨਹੀਂ। ਮੁਆਵਜ਼ੇ ਦੀ ਗੱਲ ਜੇ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਾਨੂੰ ਅਜੇ ਤੱਕ ਮੁਆਵਜ਼ਾ ਨਹੀਂ ਕਿਸੇ ਨੇ ਦਿੱਤਾ। ਮੁਆਵਜ਼ੇ ਹਰ ਸਾਲ ਗੱਲਾਂ ਸਰਕਾਰਾਂ ਕਹਿ ਤੇ ਦਿੰਦੀਆਂ। ਸਿਰਫ ਇੱਕ ਮੁਆਵਜ਼ੇ ਦਾ ਨਾਮ ਸੁਣਦੇ ਆ, ਇੱਕ ਸ਼ਬਦ ਜਾਣਦੇ ਆ, ਔਰ ਪਤਾ ਨਹੀਂ ਉਹਦੇ ਵਿੱਚ ਹੁੰਦਾ ਕੀ। ਅੱਜ ਤੱਕ ਤਾਂ ਨਹੀਂ ਮਿਲਿਆ। ਅੱਜ ਤੱਕ ਮੰਨ ਲਓ ਅਸੀਂ ਜਿਉਂ ਛੋਟੇ ਹੁੰਦੇ ਕਿਤੇ ਪਿਓ ਦਾਦੇ ਵੀ ਕੋ ਵੀ ਸੁਣੀਦਾ ਵੀ, ਉਹ ਵੀ ਉਦੋਂ ਵੀ ਲੀਡਰ ਐਲਾਨ ਕਰ ਦਿੰਦੇ ਪਿੰਡਾਂ 'ਚ ਆਣ ਕੇ, ਉਦੋਂ ਦਾ ਵੀ ਸਾਨੂੰ ਕਦੀ ਮੁਆਵਜ਼ਾ ਨਹੀਂ ਮਿਲਿਆ। ਅੱਜ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਮੁਆਵਜ਼ੇ ਦਾ ਹਾਂ ਸ਼ਬਦ ਸੁਣਦੇ ਰਹੇ ਲਗਾਤਾਰ, 3 ਪੀੜ੍ਹੀਆਂ ਹੋ ਗਈਆਂ ਅਸੀਂ ਸ਼ਬਦ ਸੁਣਦੇ ਨੇ, ਪਰ ਮੁਆਵਜ਼ਾ ਸਾਨੂੰ ਅੱਜ ਤੱਕ ਮਿਲਿਆ ਨਹੀਂ। ਸੋ ਕਿਸਾਨ ਤੁਹਾਨੂੰ ਦਿਖਾ ਰਹੇ ਆ ਇੱਥੇ ਵੱਡੀ ਗਿਣਤੀ ਵਿੱਚ ਹੁਣ ਓਪੀ ਸੋਨੀ, ਓਮ ਪ੍ਰਕਾਸ਼ ਸੋਨੀ ਹੋਰਾਂ ਦੇ ਜਿਹੜਾ ਸੀਗਾ ਉਹ ਘਰ ਦੇ ਮੂਹਰੇ, ਕੋਠੀ ਦੇ ਮੂਹਰੇ ਜਿਹੜਾ ਉਹ ਬੈਠ ਚੁੱਕੇ ਨੇ। ਸੋ ਅਸੀਂ ਗੱਲਬਾਤ ਕਰਦੇ ਹੈਗੇ ਆ। ਖੜੇ ਹੋ ਜਾਓ ਤੁਸੀਂ, ਅਸੀਂ ਤੁਹਾਡੇ ਨਾਲ ਗੱਲ ਕਰ ਲੈਂਦੇ ਆ। ਓਮ ਪ੍ਰਕਾਸ਼ ਸੋਨੀ ਹੁਣਾਂ ਦੇ ਘਰ ਦੇ ਮੂਹਰੇ ਤੁਸੀਂ ਖੜੇ ਹੋ। ਭਾਜਪਾ ਦੇ ਜਿਹੜੇ ਆ ਉਹਨਾਂ ਦਾ ਘਿਰਾਵ ਕਰਨ ਦਾ ਵੀ ਇਰਾਦਾ ਹੈਗਾ, ਕਿਉਂਕਿ ਕਾਲ ਇਹੀ ਸੀਗੀ। ਦੇਖੋ, ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ 30 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕਰਦਾ, ਉਹਦਾ ਭਰਪਾਈ ਵਾਸਤੇ ਫੌਰੀ ਤੌਰ ਤੇ ਵੀ ਉਹਦੀ ਕੋਈ ਭਰਪਾਈ ਹੋ ਜਾਵੇ। ਅੱਜ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣ ਆਏ ਹਾਂ ਵੀ ਉਹ ਜਿਹੜੀ ਆ ਫੌਰੀ ਤੌਰ ਤੇ ਖਰੀਦ ਜਿਹੜੀ ਆ ਪੰਜਾਬ ਵਿੱਚ ਸ਼ੁਰੂ ਕਰੇ, ਕਿਉਂਕਿ ਜਿਹੜੇ ਪੰਜਾਬ ਦੀ ਸਾਰੀ ਫਸਲ ਆ ਝੋਨੇ ਦੀ, ਉਹ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਜਿਹੜੀ ਆ ਉਹ ਖਰੀਦਣੀ ਆ ਤੇ ਸ਼ੈਲਿੰਗ ਲਈ ਭੇਜਣੀ ਆ। ਉਹ ਸਾਰਾ ਪ੍ਰੋਸੀਜਰ ਜਿਹੜਾ ਹਲੇ ਕੰਪਲੀਟ ਆ, ਏਜੰਸੀਆਂ ਮੰਡੀ 'ਚ ਪਹੁੰਚ ਚੁੱਕੀਆਂ ਨੇ। ਸਰਕਾਰ ਦੇ ਦਾਅਵੇ ਆ ਵੀ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ, ਮੰਡੀਆਂ ਚੱਲ ਰਹੀਆਂ ਨੇ। ਇਸ ਕਰਕੇ 10 ਤਰੀਕ ਤੱਕ
ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦ ਕਰਕੇ ਕਿਸਾਨਾਂ ਦਾ ਝੋਨਾ ਜਿਹੜਾ ਸਰਕਾਰੀ ਰੇਟ ਤੇ ਖਰੀਦ ਕੇ ਤੇ ਉਹ ਸੈਲਿੰਗ ਲਈ ਜਿਹੜਾ ਸੈਲਰਾਂ ਨੂੰ ਭੇਜ ਸਕਦੀ ਆ। ਭੇਜਣਾ ਚਾਹੀਦਾ। ਜਦੋਂ ਸਰਕਾਰ ਇਹ ਦਾਅਵੇ ਕਰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਹਿਤੈਸ਼ੀ ਆ, ਤਾਂ ਅੱਜ ਜਦੋਂ ਮੋਦੀ ਦੀ ਕੇਂਦਰੀ ਸਰਕਾਰ ਨੇ ਕਿਸਾਨ ਮਾਰੂ ਫੈਸਲਾ ਕੀਤਾ ਤਾਂ ਉਸ ਵੇਲੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਜਿਹੜੀ ਆ ਉਹ ਫੜਨੀ ਚਾਹੀਦੀ ਆ। ਇਸ ਕਰਕੇ ਅਸੀਂ ਅੱਜ ਡਿਪਟੀ ਸੀਐਮ ਸਾਹਿਬ ਜਿਹੜੇ ਓਮ ਪ੍ਰਕਾਸ਼ ਸੋਨੀ ਜੀ ਆ ਉਹਨਾਂ ਦੇ ਘਰ ਦੇ ਮੂਹਰੇ ਜਿਹੜਾ ਉਹ ਆਏ ਆ। ਸੋ ਤੁਸੀਂ ਓਮ ਪ੍ਰਕਾਸ਼ ਸੋਨੀ ਹੁਣੇ ਜਿਹੜੇ ਉਪ ਮੁੱਖ ਮੰਤਰੀ ਨੇ ਉਹਨਾਂ ਦੇ ਬੂਹੇ ਅੱਗੇ ਖੜੇ ਹੋ। ਪੰਜਾਬ ਸਰਕਾਰ ਹਾਲਾਂਕਿ ਬਹੁਤ ਹੱਦ ਤੱਕ ਅਸੀਂ ਦੇਖਿਆ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਖੜਦੀ ਵੀ ਹੈ। ਇੱਥੇ ਕੇਂਦਰ ਦਾ ਫਰਮਾਨ ਆਇਆ ਸੀਗਾ 11 ਤਰੀਕ ਤੋਂ ਖਰੀਦ ਹੋਣੀ ਆ। ਕਿ ਓਮ ਪ੍ਰਕਾਸ਼ ਸੋਨੀ ਉਹਨਾਂ ਦਾ ਘਰ ਦਾ ਜਿਹੜਾ ਦਰਵਾਜ਼ਾ ਮੱਲਣ ਦੇ ਨਾਲ ਤੁਹਾਡੀ ਮਸਲੇ ਦਾ ਜਿਹੜਾ ਹੱਲ ਨਿਕਲ ਆਏਗਾ? ਨਹੀਂ, ਇਸੇ ਕਰਕੇ ਆਏ ਅਸੀਂ ਪੰਜਾਬ ਸਰਕਾਰ ਦੇ ਬੂਹੇ ਅੱਗੇ, ਇਸੇ ਕਰਕੇ ਆਏ ਆ ਵੀ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਇਸ ਵੇਲੇ। ਕਿਸਾਨਾਂ ਦਾ ਜਿਹੜਾ ਝੋਨਾ ਜੇ ਮੰਡੀ 'ਚ 10 ਦਿਨ ਸਰਕਾਰ ਨਹੀਂ ਆਊਗੀ, ਖਰੀਦ ਏਜੰਸੀਆਂ ਨਹੀਂ ਆਉਣਗੀਆਂ, ਤਾਂ 10 ਦਿਨ ਦੇ ਵਿੱਚ 25% ਦੇ ਕਰੀਬ ਝੋਨਾ ਮੰਡੀ 'ਚ ਆਊਗਾ। ਤਾਂ ਉਹ 25% ਝੋਨਾ ਜਿਹੜਾ ਉਹ 400-500 ਰੁਪਇਆ ਕੁਇੰਟਲ ਘੱਟ ਰੇਟ ਤੇ ਵਿਕੂਗਾ। ਕਿਸਾਨਾਂ ਦੀ ਲੁੱਟ ਹੋਊਗੀ, ਕਿਸਾਨ ਮਾਰੇ ਜਾਣਗੇ। ਇਸ ਕਰਕੇ ਕਿਸਾਨਾਂ ਨੂੰ ਇਸ ਲੁੱਟ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣ 'ਚ ਕੋਈ ਮੁਸ਼ਕਲ ਵੀ ਨਹੀਂ ਹੈ। ਕੋਈ ਮੁਸ਼ਕਲ ਹੋਵੇ ਨਾ ਪੰਜਾਬ ਸਰਕਾਰ ਨੂੰ ਵੀ ਇਹਨੇ ਤਾਂ ਕੇਂਦਰ ਵੱਲੋਂ ਕੀਤੀ ਜਾਣੀ ਹੈ। ਨਹੀਂ, ਤਰੀਕ ਭਾਵੇਂ ਕੇਂਦਰ ਵੱਲੋਂ ਕੀਤੀ ਜਾਣੀ ਆ, ਸਾਰੀ ਦੀ ਸਾਰੀ ਝੋਨੇ ਦੀ ਖਰੀਦ ਪੰਜਾਬ ਦੀਆਂ ਖਰੀਦ ਏਜੰਸੀਆਂ ਨੇ ਕਰਨੀ ਹੈ। ਉਹਨਾਂ ਨੇ ਮੰਡੀਆਂ ਜੋ ਖਰੀਦ ਕੇ ਸੈਲਿੰਗ ਲਈ ਸਾਰਾ ਸੈਲਰ ਲਾਟ ਹੋ ਚੁੱਕੇ, ਮੰਡੀਆਂ ਨੂੰ ਸਭ ਕੁਝ ਹੋ ਚੁੱਕਾ, ਉਹਨਾਂ ਨੇ ਸੈਲਿੰਗ ਲਈ ਭੇਜਣਾ ਉਧਰ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਕੋਈ ਮੁਸ਼ਕਲ ਨਹੀਂ ਹੈਗੀ। ਹਾਂ, ਇਹਦੇ 'ਚ ਇਹ ਵੀ ਆ ਵੀ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਵੀ ਜਥੇਬੰਦੀਆਂ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਉਹ ਕੋਈ ਵੱਡਾ ਫੈਸਲਾ ਜਿਹੜਾ ਉਹ ਕਰਨਗੀਆਂ। ਪਰ ਜਿੰਨੇ ਚਿਰ ਤੱਕ ਉਹ ਕੋਈ ਫੈਸਲਾ ਹੋ ਨਹੀਂ ਜਾਂਦਾ, ਦਿਨ ਬੜੇ ਥੋੜ੍ਹੇ ਨੇ। ਮੋਦੀ ਦੀ ਕੇਂਦਰ ਸਰਕਾਰ ਦੀ ਨੀਅਤ ਮਾੜੀ ਆ। ਉਹ ਜਿਹੜੇ 3 ਖੇਤੀ ਵਿਰੋਧੀ ਕਾਲੇ ਕਾਨੂੰਨ ਨੇ ਉਹਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਾ ਰਹੀ ਆ। ਪ੍ਰਾਈਵੇਟ ਪਲੇਅਰ ਨੂੰ 10 ਦਿਨ ਦਾ ਮੌਕਾ ਦੇ ਰਹੀ ਆ। 25% ਚੌਥਾ ਹਿੱਸਾ ਝੋਨਾ ਜਿਹੜਾ ਉਹ ਖਰੀਦ ਕੇ ਲੈ ਜਾਣ ਉਹਦਾ ਮੌਕਾ ਦੇ ਰਹੀ ਆ। ਔਰ ਦੂਜਾ ਪੰਜਾਬ, ਹਰਿਆਣਾ, ਯੂਪੀ ਦੇ ਕਿਸਾਨ ਅੰਦੋਲਨ ਦੀ ਮੇਨ ਧਿਰ ਨੇ, ਉਹ ਅੰਦੋਲਨ ਦੇ ਵਿੱਚ ਮੇਨਲੀ ਸ਼ਾਮਲ ਨੇ। ਇਸ ਕਰਕੇ ਉਹਨਾਂ ਨਾਲ ਵੀ ਕਿੜ ਕੱਢਣ ਦੀ, ਉਹਨਾਂ ਨੂੰ ਸਜ਼ਾ ਦੇਣ ਦੀ ਜਿਹੜੀ ਆ ਇਹ ਵੀ ਨੀਤੀ ਝਲਕਦੀ ਆ ਇਹਦੇ ਵਿੱਚੋਂ। ਸੋ ਹਾਲਾਤ ਜਿਹੜੇ ਕਿਸਾਨਾਂ ਦੇ ਨੇ ਉਹ ਬਹੁਤ ਮੁਸ਼ਕਿਲ ਬਣੇ ਹੋਏ ਨੇ, ਕਿਉਂਕਿ 10 ਦਿਨ ਜਿਹੜੇ ਨੇ ਉਹ ਖਰੀਦ ਅੱਗੇ ਪਾ ਦਿੱਤੀ ਗਈ ਹੈ। ਔਰ ਬਹੁਤ ਵੱਡੀ ਪੱਧਰ ਤੇ ਇਹਨਾਂ 10 ਦਿਨਾਂ ਦੇ ਵਿੱਚ ਹੀ ਕਿਸਾਨਾਂ ਦੀ ਫਸਲ ਜਿਹੜੀ ਵੱਢ ਕੇ ਉਹ ਮੰਡੀ ਵਿੱਚ ਚਲੇ ਜਾਣੀ ਹੈ। ਤਸਵੀਰਾਂ ਅਸੀਂ ਤੁਹਾਨੂੰ ਕਿਸਾਨਾਂ ਦੀਆਂ ਇੱਥੇ ਦਿਖਾ ਰਹੇ ਹਾਂ, ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਓਮ ਪ੍ਰਕਾਸ਼ ਸੋਨੀ ਉਹਨਾਂ ਦੀ ਅੰਮ੍ਰਿਤਸਰ ਜਿਹੜੀ ਰਿਹਾਇਸ਼ ਹੈਗੀ ਆ ਕੋਠੀ, ਉਹਨਾਂ ਦੇ ਉਸਦੇ ਅੱਗੇ ਜਿਹੜਾ ਆ ਉਹ ਧਰਨਾ ਲਗਾ ਕੇ ਬੈਠੇ ਹੋਏ ਨੇ।